जी का खालसा वाहिगुरु जी की फतेह। सतनाम धन वाहे गुरु साहिब जियो। हम अवगुण परे एक गुण नाही, अमृत छाड़ बिख बिख खाय। हम अवगुण परे एक गुण नाही, अमृत छाड़ बिख बिख खाय। माया मोह परम पै फूले, सुत दारा स्यों प्रीत लगाई। एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरनाय। दंडौत बंदन अनेक बार, सर्व कला समरथ। डोलन ते राखो प्रभु, डोलन ते राखो प्रभु। नानक दे कर हथ। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या दे इस गुरमत दीवान विच आप जी सतगुरु जी दी बाणी दे बख्शे नेम कीर्तन लड़ीवार गुरबाणी विचार श्रवण कर रहे से। कल हजूर दी बख्शिश नाल जो भाई साहब जी ने अमृत बचन कीर्तन विच श्रवण कराए, अमृत बाणी हर हर तेरी सुन सुन होवे परम गत मेरी। जल बुझी शीतल हुए मनवा सतगुरु का दर्शन पाए जियो। जिमें ये भी हुक्म किया गया संगत वालों, जो आ दिन चल रहे ने खास करके पोह दा ये पखवाड़ा 15 दिन सतगुरु जी दे आनंदपुर साहिब नूं छड्डना, साहिबजादियां दियां शहादतां, 5 प्यारियां विचों
3 ਪਿਆਰਿਆਂ ਦਾ ਸ਼ਹੀਦ ਹੋਣਾ, ਸਨਮਾਨਯੋਗ ਮਾਤਾ ਜੀ ਦੀ ਸ਼ਹਾਦਤ ਹੋਣੀ, ਇਹ ਸਾਰੇ ਦਿਨ ਜਿਹੜੇ ਨੇ ਇਹ ਅੱਜ ਚੱਲ ਰਹੇ ਨੇ। ਆਓ ਦਾਸ ਅੱਜ ਦੇ ਦੀਵਾਨ ਵਿੱਚ ਤਾਂ ਜ਼ਰੂਰ ਇਹ ਵਿਚਾਰ ਸ਼ੁਰੂ ਕਰੇਗਾ। ਕੱਲ ਔਰ ਐਤਵਾਰ ਦਾ ਜੋ ਦੀਵਾਨ ਹੈ ਉਸ ਵਿੱਚ ਮੈਂ ਯਤਨ ਕਰਾਂਗਾ ਗੁਰਬਾਣੀ ਦੀ ਸਾਂਝ ਲਈ। ਤੁਸੀਂ ਹੁਕਮ ਕੀਤਾ, ਮੈਂ ਇਤਿਹਾਸ ਆਪ ਨਾਲ ਜ਼ਰੂਰ ਸਾਂਝਾ ਕਰਾਂਗਾ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਕਰਾਂਗੇ ਗੱਲ। ਇਸ ਆਨੰਦਪੁਰ ਸਾਹਿਬ ਦੀ ਧਰਤੀ ਨੇ ਸਾਨੂੰ ਕੀ ਦਿੱਤਾ। ਆਪ ਜੀ ਦੇ ਸਮਕਸ਼ ਕੁਛ ਬੇਨਤੀਆਂ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹਾਜ਼ਰ ਹੋ, ਕਰੋ ਕਿਰਪਾ, ਅਸੀਸ ਬਖਸ਼ੋ, ਤਾਂ ਜੋ ਸਤਿਗੁਰੂ ਦੇ ਇਸ ਵਿਚਾਰ ਨੂੰ ਭੈ ਭਾਵਨਾ, ਸ਼ਰਧਾ, ਅਕੀਦਤ ਨਾਲ ਆਪ ਜੀ ਦੇ ਸਮਕਸ਼ ਅਰਜ਼ ਕਰ ਸਕਾਂ। ਗੁਰੂ ਬਖਸ਼ੀ ਫਤਿਹ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਵਡਿਆਈ, ਸਿਫਤ, ਉਸਤਤ ਲਫ਼ਜ਼ ਬਹੁਤ ਵਾਰੀ ਵਰਤੇ ਗਏ ਨੇ, ਪਰ ਜੇ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥਾਂ ਨੂੰ ਧਿਆਨ ਨਾਲ ਵਾਚੀਏ, ਅਰਥ ਇੱਕੋ ਹੀ ਨੇ। ਸਿਫਤ ਕਹੋ, ਵਡਿਆਈ ਕਹੋ ਜਾਂ ਉਸਤਤ ਕਹੋ, ਪਰ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਝੂਠੀ ਉਸਤਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁਲ ਸਵੀਕਾਰ ਨਹੀਂ ਕੀਤਾ, ਪਰ ਪਰਮਾਤਮਾ ਦੀ ਉਸਤਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵੱਡੀ ਥਾਂ ਦਿੱਤੀ ਗਈ ਹੈ। ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਉਸਤਤ ਮਨ ਮੈਂ ਕਰ ਨਿਰੰਕਾਰ, ਉਸਤਤ ਮਨ ਮੈਂ ਕਰ ਨਿਰੰਕਾਰ। ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ। ਸੰਸਾਰ ਦੀ ਉਸਤਤ ਹਮੇਸ਼ਾ ਲਾਲਚ ਵਿੱਚੋਂ, ਹਮੇਸ਼ਾ ਤਮੇ ਵਿੱਚੋਂ ਤੇ ਮੁਥਾਜੀ ਵਿੱਚੋਂ ਜਨਮ ਲੈਂਦੀ ਏ, ਪਰ ਪਰਮਾਤਮਾ ਦੀ ਉਸਤਤ ਜਿਹੜੀ ਹੈ ਉਹ ਅੰਦਰ ਦੀ ਭਾਵਨਾ ਵਿੱਚੋਂ ਤੇ ਰੱਬ ਦੇ ਸ਼ੁਕਰ ਵਿੱਚੋਂ ਜਨਮ ਲੈਂਦੀ ਹੈ। ਜਿੰਨਾ ਬੰਦਾ ਕੋਈ ਸੰਸਾਰ ਵਿੱਚ ਖੁਸ਼ਾਮਦ ਕਰ ਸਕਦਾ ਹੈ, ਉਹਦੇ ਅੰਦਰ ਕੋਈ ਤਮਾ ਹੈ। ਉਹ ਲਾਲਚ ਨੂੰ ਸਾਹਮਣੇ ਰੱਖ ਕੇ ਝੂਠੀਆਂ ਸਿਫਤਾਂ ਕਰਦਾ ਹੈ, ਪਰ ਪਰਿਪੂਰਨ ਪਰਮਾਤਮਾ ਦੀ ਸਿਫਤ ਜਦੋਂ ਕੋਈ ਕਰਦਾ ਹੈ, ਉਹਦੇ ਸ਼ੁਕਰ ਵਿੱਚ ਤੇ ਭਾਵਨਾ ਵਿੱਚ ਭਿੱਜ ਵੀ ਕਰਦਾ ਹੈ। ਸ਼ੁਰੂਆਤ ਅੱਜ ਅਸੀਂ ਕਰਨ ਲੱਗੇ। ਪਹਿਲਾਂ ਮੈਂ ਸਿਰਫ ਬਾਣੀ 'ਚ ਅਰਜ਼ ਕਰਨੀ ਹੈ। ਕੱਲ ਵੀ ਅਰਜ਼ ਕੀਤੀ ਸੀ, ਗੁਰੂ ਕੀ ਹੈ, ਉਸੇ ਨੂੰ ਆਧਾਰ ਬਣਾ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਜਦੋਂ ਕੋਈ ਇਨਸਾਨ ਪਰਮਾਤਮਾ ਦੀ ਉਸਤਤ ਕਰਦਾ ਹੈ, ਉਸ ਉਸਤਤ ਨੂੰ ਤੁਸੀਂ ਸਿਮਰਨ ਕਹਿ ਸਕਦੇ ਹੋ, ਕੀਰਤਨ ਕਹਿ ਸਕਦੇ ਹੋ। ਗੁਰੂ ਕੀ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਆ, ਇਹ ਪਾਠ ਵੀ ਤਾਂ ਪਰਿਪੂਰਨ ਪਰਮਾਤਮਾ ਦੀ ਉਸਤਤ ਹੈ। ਮਨ 'ਚ ਕਈ ਵਾਰੀ ਸਵਾਲ ਉੱਠਦੇ ਨੇ ਇਨਸਾਨ ਦੇ ਕਿ ਇਹ ਸ਼ਬਦ ਵਾਰ-ਵਾਰ ਕਹਿਣ ਨਾਲ ਕੀ ਬਣੇਗਾ। ਚਲੋ ਇੱਕ ਵੱਖਰਾ ਪ੍ਰਕਰਨ ਹੈ ਕਿ ਸ਼ਬਦ ਦਾ ਦੁਹਰਾਓ ਜੋ ਹੈ, ਸ਼ਬਦ ਦਾ ਦੁਹਰਾਣਾ ਜੋ ਹੈ, ਉਹ ਕੇਵਲ ਤੋਤਾ ਰਟਨ ਨਹੀਂ ਹੁੰਦਾ। ਮੈਂ ਸਿਰਫ ਇੱਕ ਉਦਾਹਰਨ ਆਪ ਜੀ ਨੂੰ ਦੇ ਜਾਣਾ, ਬਾਕੀ ਡਿਟੇਲ ਨਾਲ ਆਉਣ ਵਾਲੇ ਦਿਨਾਂ 'ਚ ਕਿਤੇ ਪ੍ਰਕਰਨ ਬਣਿਆ, ਜਪ ਕੀ ਚੀਜ਼ ਕਹੇ, ਸਿਮਰਨ ਕੀ ਚੀਜ਼ ਕਹੇ, ਧਿਆਉਣਾ ਕੀ ਚੀਜ਼ ਕਹੇ। ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਮੈਨੂੰ ਦਿਖਾਓ ਜਿਹਦੇ ਵਿੱਚ ਪਰਮਾਤਮਾ ਦੇ ਨਾਮ ਦੀ ਗੱਲ ਨਾ ਕੀਤੀ ਹੋਵੇ। ਕੋਈ ਸ਼ਬਦ ਦਿਖਾਓ। ਹਰ ਸ਼ਬਦ 'ਚ ਭਾਵੇਂ ਇਤਿਹਾਸਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ 'ਚ ਨੇ, ਪਰ ਸੱਚ ਇਹ ਵੇ ਉਹਨਾਂ ਇਤਿਹਾਸਕ ਤੱਥਾਂ ਵਿੱਚ ਵੀ ਗੁਰੂ ਨੇ ਪਰਮਾਤਮਾ ਦੀ ਗੱਲ ਕੀਤੀ ਹੈ। ਆਪਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਤਿਹਾਸਕ ਤੱਥ ਨੂੰ ਪੇਸ਼ ਕਰਦਾ ਸ਼ਬਦ,
कि पाप की जंज लै काबलों धाया थां दा जिक्र करदा है शब्द। पर याद रखियो इहदे विच भी गुरु ने परमात्मा की सिफत करदियां पहली तुक विच शब्द ही कहने, जैसी मैं आवे खसम की बाणी तैसड़ा करी ज्ञान वे लालो। वो शब्द जिहड़ा है वो समीख्या नहीं पेपरां दी तरह, वो पत्रकारां दी तरह घटनावां दी चीर फाड़ नहीं। हालांकि बाबा जी घटना का जिक्र करते हैं, आ कुछ वापरना है, पर उस घटना विच भी सतगुरु परमात्मा की याद नूं लैके चलते कि खसम की बाणी आई है। सुली ते नारायण राख एक इतिहासक तत्थ है, पर नारायण राख तो ये फिर शब्द आ गया है। वड्डी आरजा हर गोबिंद की जां हर गोबिंद नवा नरोवा, ये इतिहासक तत्थ पेश करता है शब्द। पर चेते रखियो कोई शब्द गुरु ग्रंथ साहिब का ऐसा नहीं जिहदे विच परिपूर्ण परमात्मा के नाम का जिक्र है। मैं सिर्फ शुरुआत जे हालां नाम की है बयान तो कोई कर नहीं सकता माई का लाल, पर फिर भी मैं अर्ज करांगा कि गुरु ग्रंथ साहिब विच कल भी मैं एक तरला लिया सी कि गुरु ग्रंथ साहिब नूं खुद पढ़ो। ये रागियां भाइयां ढाडियां दा केवल साडे ढिड दा साधन नहीं, जे सिखो ये गुरु ग्रंथ साहिब पूरी मानवता दे आत्मा दा उद्धार करता है। शब्द साडा उद्धार करने वाला। असी रोज पढ़ने में जे को खावे जे को पुंचै तिसका होए उधारो, ते नाल कह दिता ए वस्त तजी न जाई, इनू छड़ के तेरा गुजारा हो जाएगा। मैं फिर बेनती करांगा, मान लो जिहड़ी सी सिफत कर लगे असी गुरु गोबिंद सिंह का जिक्र करांगे, गुरु तेग बहादुर साहब का जिक्र करांगे, इतिहासक पक्ष आप नाल जरूर साझे करांगा। पर मैं आरंभ च बेनती करनी चाहना उन्होंने आम राजियां महाराजियां की तवारीख नाल मत तुलना दिओ। सच एवे कि जदों 10 पातशाहियां दे इतिहास का जिक्र चले उहदे विच एक गल अंदरों भावना नाल देखियो असी गुरु की सिफत कर रहे हैं। मैं पहली बेनती कर लगा सिफत क्यों, असी क्यों उस्तत कर रहे हैं, ते अर्ज की मनुखी मन तर्क भी करता है ते ये क्यों वार वार शब्द दोहराए जाते। वाहिगुरु शब्द है, असी वार वार इनू जपने हाँ, यदा जप खत्म होवे ते सिमरन शुरू हुंदा है। सिमरन का संबंध बोल नाल नहीं प्यारियो, हाँ बोलदियां होया चिंतन जरूर हुंदा है, पर जदों बोल समाप्त हो जाता है, जप मुकम्मल हो जाता है, उदों सिमरन अपने आप ही अंदरों चल पैंदा है। पर जपन तो बिना चलेगा नहीं। फिर बेनती जिहड़ी आपां रिपीट कर रहे हैं, बड़े शब्द साडे लोगों ने दिते, तोता रटन, मकैनिकल रेपिटेशन, ये पुनरुक्ति है। हिंदी च पुनरुक्ति कहते हैं जिस लफ्ज नूं वार वार दोहराया जाए, ये पुनरुक्ति है, ये तोता रटन है। ये रटन का की फायदा। मैं सिर्फ एको बेनती करांगा, जिस दिन दुनिया विच रटन खत्म हो जाएगा ना, उस दिन दुनिया का विकास खत्म हो जाएगा। बस इस बेनती नूं सुनियो। मैं एको उदाहरण देंगा, ज़्यादा डिटेल च नहीं, फिर किसी दिन आप पूरा विचारांगे बाणी च रटन किवें किया गया। जिस दिन रटन खत्म होगा उस दिन दुनिया का विकास खत्म हो जाएगा। ईवन कि बंदे की भी उस दिन मौत हो जाती है जिस दिन यदी बॉडी का रटन खत्म हो जाता। रटन की कोई थां है, एवें निंदिया करते नहीं। आप बैठे हो जिस मुल्क च, इस भी सिर्फ अंग्रेजी ज़्यादा बोली जाती है। सानू सब नू पता है भी अंग्रेजी के 26 अखर ने, जिहड़े अखर आपां पढ़ने खां। कमाल की गल, जिस दिन बच्चा स्कूल च जाता है, नर्सरी जाता है, जां तलीम शुरू करता है, उस दिन उन्होंने ABC ही सिखाई जाती है। सब तो पहला उन्होंने रटन सिखाया जाता है, उन्होंने साउंड बोलने का तरीका दसिया जाता है। पर यह 26 अखर जेड़े उन्हें नर्सरी शुरू किए या पहली जमात शुरू किए, वो PhD कर ले, वो डॉक्टर बन जाए, वो वकील बन रहे। चेते रखियो ये 26 अखर सारी जिंदगी रटन होंदे रहिंदे ने। ध्यान नाल सुनियो, कदी किसी ने शब्द नहीं किया। ये 26 अखर ने इन्हां दा रटन किते अगे लग गया, किते पिछे लग गए। 26 अखरां दा रटन लखां शब्दां दी वोकैबलरी पैदा कर दिंदा है। 26 अखरां दा रटन इंसान नूं उच्ची तलीम तक ले जांदा है।
पर कदी किसी PhD करदे नहीं कहा कि ये ABC मेरा खैड़ा कदों छड्डेगी। ये तो मैं उदों पढ़ी सी जदों पढ़ाई शुरू की, शुरुआत अंत तक रटन बनी रहिंदी है। उहदे रटन विचों वड्डे इंसान तलीम वाले लोग पैदा हुंदे ने। 26 अखरां दा रटन अंग्रेजी दा महान ज्ञान दिंदा है। प्यारिओ 4 अखरां दा रटन बंदे नूं ब्रह्म ज्ञान दिंदा है। रटन दी अपनी थां है। पर मैं सिर्फ एक बेनती करनी, जे आपां उस्तत करने, मान लो वाहिगुरू शब्द कोई कहता है, कीर्तन करता है, ये सारे शब्द निरार्थक ने। सिर्फ इन्हों भावना नाल समझिए। पहली शुरुआत कि गुरु नानक साहब जी का माझ राग विच एक पवित्र बचन है। उन्होंने 3 तरह की धात का जिक्र किया। मैटल शब्द वरत लिए सौखा, एक लोहा, दूसरा सोना ते तीसरा कहन दा भांडा, कांसी दा बर्तन। हजूर कहते ने ये तिन्ने जे मान लो इन्हां विचों कोई भी धात, कोई मैटल टुट जाए, सोना टुट जाए, कदी किसी ने सोने दे गहने नूं कूड़े दे ढेर च नहीं सट्टिया, गारबेज तां कदी नहीं कीता। सोने दे गहने दे 5 टुकड़े भी कोजन लोकी कपड़े च लपेट के रख लेंदे आ। सोना टुट जाए उहनूं बाहर नहीं सट्टदे। पर जे टुटे कोई सोने का गहना या सोने का बर्तन टुटा सुनार को ले जाइए, वो कहेगा भी ये गहना दोबारा जुड़ जाएगा, ये टुटे कोई नूं दोबारा मैं जोड़ देंगा, पर शर्त कि मैनू अग तपानी पेगी। टुटे कोई सोने नूं टांका अग न लग जाए, वो टुटा सोना जुड़ जाता है। लोहा टुटा होवे, लोहार कुल मैनू याद है पुराने समय तां ये अपने पिंडां विच सी। हुण तां चलो वो शब्द भी साडे लोकां नूं भुल गए, जिहड़ी माँ बोली दे गूढ़ शब्द सन, वो उन्हां शब्दां दी मौत हो गई दिन ब दिन। किन्नी कु पंजाबी दी वोकैबलरी है साडे इत्थे कोल, शब्दकोश। पर जे किसी लोहे की चीज़ टुट जानी तो लोहार कहंदा सी रख जाओ, अज शाम नूं भट्ठी गर्म करांगा, अग तपावांगा, ते चेते रखो टुटा होया लोहा भी अग दे नाल दोबारा जुड़ जाता है। सोना अग नाल जुड़दा है, टुटा होया लोहा अग नाल जुड़दा है। कांसी दा बर्तन टुटदा है, उहनूं भी अग नाल जोड़ दिंदे ने। मेरे गुरु नानक साहिब जी ने बाणी विच कहा, दुनिया दे लोगो, ਜਿਹੜੀ चीज़ आ धातां विचों एक भी टुट जाए, सोना, लोहा, चाहे आप कांसी दा भांडा, इन्हां तिन्नां चों कोई टुट जाए, उहनूं अग दोबारा जोड़ दिंदी है। सच ये वे कि जिन्हें अग टुटे कोई भांडे जोड़ दिए, जिहड़ा बंदा कई जन्मां दा प्रभु तो विछड़िया, जदों सिफत करदा ते सिफत उस टुटे कोई बंदे नूं रब नाल जोड़ दिंदी है। बस एक टांका अजे सिफत मैं बेनती करांगा, इनू गुरु नानक साहिब जी दे अमृत बोल ने। कहा कंचन टुटै सार, कहें दा अर्थ कहें दा भांडा, कांसी दा बर्तन। कंचन दा अर्थ सोना ते सार दा अर्थ है लोहा। कहा कंचन टुटै सार, अगले बचन महाराज जी ने कहा अग्नि गंढ पाए लोहार। उत्थे लफ्ज लोहार वरते है, पर सोने नू सुनार गंढदा है ते भांडे नू ठठियार गंढदा है। पर एक शब्द वरत लिया कि ये चीज़ां टुट जान। कहा कंचन टुटै सार, अग्नि गंढ पाए लोहार। ये एक तुक आउंदी है, गोरी सेती टुटै पतार। इत्थे याद रखियो, गोरी लफ्ज ये स्किन लई नहीं बाणी च, बहुत घट। गोरी लफ्ज का आखरी अर्थ है इस्त्री, जीव इस्त्री। जिवें असीं गुरु नानक साहिब का एक शब्द पढ़ने, की ना सुने ही गोरीए आपन करनी सोए। गोरीए का अर्थ है मेरी नमाणीए जिंदे, तू कभी सुनिया नहीं। बाबा फरीद साहब ने शब्द वरत्या, शैल लंघंदे पार गोरी मन धीरिया। ओदा अर्थ भी एक कमजोर अंदर जिंद। इत्थे सतगुरु कहंदे ने गोरी का अर्थ इस्त्री। जे पति ते पत्नी की आपस विच बेइतफाकी हो जाए, पति ते पत्नी की आपस विच दूरी बन जाए, तो महाराज कहंदे ने पुत्ती गंढ पवे संसार। चलो ठीक है, अर्थ करने वाले ने यह जरूर अर्थ किए भी पुत्रां दे नाल गंढ संसार विच पैंदी है। याद रखियो, परमात्मा दे घर दा एक नेम है, कल्ले मेल नाल की संसार नहीं चलता, जे फी मेल दा संजोग नहीं। तो
ਸੰਸਾਰ ਵਿੱਚ ਗੰਢ ਕੇਵਲ ਪੁੱਤਾਂ ਨਾਲ ਨਹੀਂ, ਪਰ ਇਹਦੇ ਅਰਥ ਕੀ ਨੇ ਕਿ ਪੁੱਤੀ ਗੰਢ ਪਵੇ ਸੰਸਾਰ। ਪਤੀ ਪਤਨੀ ਆਪਸ ਵਿੱਚ ਜਿਤਨਾ ਮਰਜ਼ੀ ਖਵੇ ਹੋਣ, ਮੰਨ ਲਓ ਜੇ ਬੱਚੇ ਤੇ ਮੁਸੀਬਤ ਆ ਜਾਏ ਨਾ ਵੀ ਬੋਲਦੇ ਹੋਣ, ਬੱਚਾ ਹਸਪੀਟਲ ਦਾਖਲ ਹੋਵੇ, ਦੋਵੇਂ ਉਹਦੇ ਸਰਾਣੇ ਖਲੋ ਕੇ ਰੋਂਦੇ ਹੋਣਗੇ। ਇੱਕ ਬੱਚਾ ਇਹੋ ਜਿਹਾ ਪੋਲੇ ਜਿਹੜਾ ਟੁੱਟੇ ਹੋਏ ਮਾਪਿਆਂ ਨੂੰ ਵੀ ਦੁਬਾਰਾ ਜੋੜ ਦਿੰਦਾ। ਮਹਾਰਾਜ ਜੀ ਨੇ ਕਿਹਾ ਕਿ ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਬਾਬਾ ਜੀ ਕਹਿੰਦੇ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜਿਹੜਾ ਪਿਆਰਿਓ ਪਰਮਾਤਮਾ ਦੀ ਸਿਫਤ ਕਰੇਗਾ, ਸੱਚ ਇਹ ਵੇ ਉਹਦੀ ਗੰਢ, ਉਹਦਾ ਸੰਬੰਧ, ਉਹਦਾ ਰਿਸ਼ਤਾ, ਉਹਦਾ ਜੁੜਾਵ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਹੋਵੇਗਾ। ਤਾਂ ਅੱਜ ਮੈਂ ਸ਼ੁਰੂਆਤ ਇੱਥੋਂ ਕਰ ਲੱਗਾ। ਕੱਲ ਸ਼ਬਦ ਵਰਤੇ ਸਨ ਗੁਰੂ। ਅਰਜ਼ ਕੀਤੀ ਸੀ ਗੁਰੂ ਨੂੰ ਵਿਅਕਤੀ ਮਤ ਕਰੋ ਅਰਥ। ਭਾਵਾਂ ਚਲੋ ਅਸੀਂ ਤੁਸਾਂ ਕੀ ਕਹਿਣਾ ਸੀ, ਕਥਾ ਵਾਲੀ ਸਭ ਕੁਝ ਸਿਖਾਉਂਦੇ ਹਾਂ ਸੰਗਤਾਂ, ਅਸੀਂ ਸ਼ਬਦ ਵਰਤਨੇ ਆ ਗੁਰੂ ਵਿਅਕਤੀ। ਯਾਦ ਰੱਖਿਓ ਵਿਅਕਤੀ ਹਮੇਸ਼ਾ ਵਕਤ ਵਿੱਚ ਬੱਧਾ ਹੁੰਦਾ ਹੈ, ਪਰ ਗੁਰੂ ਤੇ ਵਕਤ ਲਾਗੂ ਨਹੀਂ ਹੁੰਦਾ। ਗੁਰੂ ਤਾਂ ਉਹ ਹੈ ਜਿਹੜਾ ਤਿੰਨ ਕਾਲਾਂ ਦੇ ਪਰਦੇ ਨੂੰ ਪਾਰ ਕੇ ਅਜ਼ਰ ਅਮਰ ਪਰਮਾਤਮਾ ਦਾ ਰੂਪ ਹੈ। ਗੁਰੂ ਕੇਵਲ ਕਾਲ 'ਚ ਨਹੀਂ ਆਉਂਦਾ। ਜੇ ਗੁਰੂ ਕਾਲ 'ਚ ਆ ਗਿਆ, ਬੇਨਤੀ ਸੁਣੋ, ਤੇ ਫਿਰ ਉਹ ਅਕਾਲ ਦੀ ਪੂਜਾ ਤੇ ਅਕਾਲ ਨਾਲ ਕਿਵੇਂ ਜੋੜੇਗਾ? ਸਭ ਤੋਂ ਪਹਿਲੀ ਗੱਲ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਸਿਫਤ ਕੀ ਕਰਨੀ? ਕਿ ਗੁਰੂ ਨਾਨਕ ਸਾਹਿਬ ਨੂੰ ਐਜ ਏ ਵਿਅਕਤੀ ਦੇ ਰੂਪ 'ਚ ਜਾਣਨਾ? ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਕਿਤਾਬ ਦੇ ਰੂਪ ਵਿੱਚ ਜਾਣਨਾ? ਕੱਲ ਵੀ ਮੈਂ ਅਰਜ਼ ਕੀਤੀ ਸੀ, ਧਰਮ ਗ੍ਰੰਥ ਦੁਨੀਆ 'ਚ ਬੜੇ ਜੇ, ਪਰ ਚੇਤੇ ਰੱਖਿਓ ਇਸ ਤਰ੍ਹਾਂ ਦਾ ਗੁਰੂ, ਇਹ ਗ੍ਰੰਥ ਜਿਹਦੇ ਸਿਰ ਤੇ ਚੰਦੋਵਾ ਲੱਗਾ ਹੋਵੇ, ਜਿਹਦੀ ਖਜ਼ੂਰੀ 'ਚ ਚੌਰ ਹੁੰਦੀ ਹੋਵੇ, ਜਿਹਦੇ ਸਾਹਮਣੇ ਸ਼ਸਤਰ ਰੱਖੇ ਹੋਣ, ਇਹ ਡੈਕੋਰੇਸ਼ਨ ਨਹੀਂ। ਮੰਨ ਲਓ ਮੇਰੇ ਕੋਲ ਲੱਖਾਂ ਰੁਪਈਆ, ਮੈਂ ਚੰਦੋਵਾ ਕੀਮਤੀ ਲਿਆ ਦਿੱਤਾ, ਉਹ ਪਿਆਰਿਓ ਚੰਦੋਵਾ, ਇਹ ਰੁਮਾਲੇ, ਇਹ ਚੌਰ, ਇਹ ਸ਼ਸਤਰ, ਇਹ ਬਿਲਕੁਲ ਪਲੀਜ਼ ਇਹਨੂੰ ਡੈਕੋਰੇਸ਼ਨ ਸਜਾਵਟ ਅਰਥ ਮਤ ਕਰਿਓ। ਅਸਲ 'ਚ ਚੰਦੋਵਾ ਜਿਹੜਾ ਹੈ ਇਹ ਸੁਤੰਤਰਤਾ ਦਾ ਪ੍ਰਤੀਕ ਹੈ। ਚੰਦੋਵਾ ਜਿਹੜਾ ਹੈ ਇਹ ਪਾਤਸ਼ਾਹਤ ਦਾ ਚਿੰਨ੍ਹ ਹੈ। ਚੌਰ ਜਿਹੜੀ ਹੈ ਇਹ ਪਾਤਸ਼ਾਹਤ ਦੀ ਨਿਸ਼ਾਨੀ ਹੈ। ਸੱਚ ਇਹ ਵੇ ਕਿ ਰੱਬ ਦੇ ਦਰਬਾਰ ਦੀ ਵੀ ਜਿੱਦਣ ਗੁਰੂ ਨੇ ਗੱਲ ਕੀਤੀ, ਉਸ ਦਿਨ ਬਾਣੀ 'ਚ ਕਿਹਾ ਪਰਮਾਤਮਾ ਤੇਰੇ ਦਰਬਾਰ ਦਾ ਚੰਦੋਵਾ ਤਾਂ ਸਦਾ ਰਹਿਣ ਵਾਲਾ ਹੈ। ਅਸੀਂ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸ਼ਬਦ ਉੱਥੇ ਦਰਬਾਰ, ਤਖਤ ਤੇ ਚੰਦੋਵਾ। ਮੈਂ ਅਰਜ਼ ਕਰਾਂ ਇਨਡਾਇਰੈਕਟਲੀ ਇਹਨਾਂ ਸ਼ਬਦਾਂ ਦੀ ਗਹਿਰਾਈ 'ਚ ਜਾਓ, ਇਹ ਤਖਤ, ਦਰਬਾਰ ਤੇ ਚੰਦੋਵਾ ਸਜਾਵਟ ਨਹੀਂ, ਇਹ ਚਿੰਨ੍ਹ ਨੇ ਪਾਤਸ਼ਾਹ ਦੇ। ਤੁਸੀਂ ਇਸ ਧਰਤੀ ਤੇ ਬੈਠੇ ਹੋ ਪਿਆਰਿਓ, ਇਸ ਧਰਤੀ ਤੇ ਬੈਠੇ ਹੋਏ ਵੀ ਤੁਸੀਂ ਚਵਰ ਛਤਰ ਦਾ ਮਾਲਕ, ਇਸ ਮੁਲਕ ਦੇ ਕਿਸੇ ਵੱਡੇ ਤੋਂ ਵੱਡੇ ਹਾਕਮ ਨੂੰ ਨਹੀਂ ਕਹੋਗੇ। ਚਵਰ ਛਤਰ ਦਾ ਮਾਲਕ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਹੋਗੇ, ਕਿਉਂਕਿ ਪਾਤਸ਼ਾਹ ਦਾ ਚਿੰਨ੍ਹ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ। ਅਗਲਾ ਸ਼ਬਦ ਹੈ ਜੀ ਨਿਹਚਲ, ਚੌਰ ਛੱਤ ਛਤਰ, ਚੰਦੋਵਾ ਤੇ ਚਵਰ। ਅੱਗੇ ਮਾਨੋ ਸ਼ਸਤਰ ਪਏ, ਤੇ ਸ਼ਸਤਰ ਵੀ ਨਗਨ ਰੱਖੇ ਨੇ ਸਿੱਖਾਂ ਨੇ। ਆਮ ਤੌਰ ਤੇ ਅਸੀਂ ਇਹੀ ਕਹਾ ਨਾ, ਆਹ ਬੜਾ ਚੰਗਾ ਲੱਗੇਗਾ ਸਾਹਮਣੇ ਮਾਰੇ ਰੱਖ। ਨਹੀਂ ਪਿਆਰਿਓ, ਅਸਲ 'ਚ ਜਿਹੜਾ ਚੰਦੋਵਾ, ਚੌਰ ਤੇ ਸ਼ਬਦ ਹੈ ਇਹ ਪੀਰੀ ਹੈ। ਇਹਦੇ ਸਾਹਮਣੇ ਪਿਆ ਹੋਇਆ ਸ਼ਸਤਰ ਜਿਹੜਾ ਹੈ ਇਹ ਮੀਰੀ ਹੈ। ਸਾਡੇ ਤਾਂ ਪ੍ਰਸ਼ਾਦ ਵੀ ਉਦੋਂ ਹੀ ਬਣਦਾ ਹੈ, ਠੀਕ ਹੈ, ਆਪਾਂ ਰਸੋਈ 'ਚੋਂ ਬਣਾ ਕੇ ਲਿਆਉਂਦੇ ਹਾਂ, ਜਿੰਨੀ ਦੇਰ ਤੱਕ ਬਣੇ ਹੋਏ ਉਸ ਮਿਸ਼ਟਾਨ ਵਿੱਚ ਸੱਚ ਇਹ ਵੇ ਕਿ ਤੇਗ ਨਹੀਂ ਪ੍ਰਵੇਸ਼ ਕਰਦੀ। ਤੇਗ ਤੋਂ ਬਿਨਾਂ ਤਾਂ ਸਿੱਖਾਂ ਦੀ ਦੇਗ ਵੀ ਨਹੀਂ ਬਣਦੀ ਹੁੰਦੀ। ਅਸੀਂ ਤੇਗ ਪ੍ਰਵੇਸ਼ ਕਰਾਂਗੇ ਸ੍ਰੀ ਸਾਹਿਬ ਕੋਲ ਪਈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਪਹਿਲੀ ਗੱਲ ਇਹ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ ਸਿੱਖਾ ਆਪਣੇ ਅੰਦਰ ਇੰਨੀ ਕੁ ਭਾਵਨਾ ਬਣਾ। ਸੱਚ ਇਹ ਵੇ ਨਿਰਾਕਾਰ ਦਾ ਜਿਹੜਾ ਸਾਕਾਰ ਨਾਮ ਹੈ, ਉਹਦਾ ਨਾਮ ਧੰਨ ਗੁਰੂ ਨਾਨਕ ਸਾਹਿਬ। ਕਈਆਂ ਦੇ ਮਨ 'ਚ ਆਏਗਾ ਸ਼ਾਇਦ ਇਹ ਚੜਾ ਕੇ ਗੱਲ, ਆਓ ਥੋੜੇ ਬਾਣੀ 'ਚੋਂ ਦਰਸ਼ਨ ਕਰੀਏ। ਸਭ ਤੋਂ ਪਹਿਲਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪਾਠ ਕਰਨੇ, ਅਸੀਂ ਗੁਰੂ ਜੋਤ ਨੂੰ ਖੁਦ ਪੜ੍ਹੀਏ। ਕਿ ਗੁਰੂ ਜੋਤ ਗੁਰੂ ਨਾਨਕ ਸਾਹਿਬ ਨੂੰ ਵਿਅਕਤੀ ਮੰਨਦੀ? ਗੁਰੂ ਅਰਜੁਨ ਦੇਵ ਜੀ ਦੇ ਪਾਠ ਕਰੋ, ਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹੋ। ਮੈਂ ਇਸ ਕਰਕੇ ਸ਼ੁਰੂਆਤ ਕੀਤੀ ਹੈ ਕਿਉਂਕਿ ਇਤਿਹਾਸ ਦੀ ਗੱਲ ਕਰਨ ਤੋਂ ਪਹਿਲਾਂ ਮਤਾਂ ਗੁਰੂ ਨੂੰ ਤੁਲਨਾ ਕਿਵੇਂ, ਜਿਵੇਂ ਉੱਥੋਂ ਦੇ ਵਿਦਵਾਨ ਦਿੰਦੇ ਆ,
फोटोआं ला के शिवाजी देश भगत सन, फलाना देश भगत सी। और नहीं, गुरु गोबिंद सिंह नूं देश भगत कहोगे ते सीमा विच बन्नोगे। सच एवे कि गुरु ਉਹ ਹੁੰਦਾ ਜਿਹਨੂੰ देश ਦੀਆਂ ਸਰਹੱਦਾਂ ਵਿੱਚ कभी ਬੰਨਿਆ नहीं जाता। गुरु ब्रह्मांड ਦਾ मालक है, गुरु आप सिरजनहारा है। सतगुरु गुरु नानक साहब की सिफत दूजे गुरु साहबान ने भी की। असी गुरु रामदास जी का एक बचन पढ़ने, वो बाणी च शब्द दियां तुकां ने, धन धन गुरु नानक समदर्शी जिन निंदा उस्तत तरी तरांत। उन्होंने गुरु नानक साहब लिए धन धन शब्द वरते। धन धन गुरु नानक समदर्शी जिन निंदा उस्तत तरी तरांत। जिन्हें निंदा ते उस्तत दी आ नदी नूं तर गया। गुरु अर्जुन साहब जी का बचन तुहानूं सब नूं चेते वे कि मैं मूर्ख की केतक बात है। जोत गुरु नानक साहब दी शरीर वो भाई साहब कह रहे सोने कथा च भी, पर देखो वो जोत पंजवां जामा कह रहे भले लोको जिन्हें गुरु नानक साहब नूं पेख लिया, जिन्हें गुरु नानक नूं सुन लिया, उहदा पार उतारा हो गया। वो तो शब्द कला पेखना नहीं वरतिया, सुनना भी वरतिया। अज सवाल उठेगा असीं किवें पेखांगे जदों असीं बाणी सुनने आ। सच एवे गुरु नानक साहब नूं सुनना है। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरबास ना परया है। दूसरा शब्द चलो तो सब नूं याद है, जिसके सिर ऊपर तू स्वामी। सोई राग दा शब्द अखीरलियां तुकां ने, ज्ञान ध्यान किच कर्म ना जाना। मेरे कोल कोई ज्ञान नहीं। सच्ची गल जे मैं कहना बंदे नूं इन्नी समझ पै जाए ना कि मेरे कोल कुछ भी नहीं, इन्ना ही मनन लग पवे मेरे कोल कुछ नहीं। रब तां भी झोली भर दिंदा है, बंदे दे पल्ले कुछ है नहीं। दावे करदा मैं पंडा सिर ते चुकियां होईयां, यही कहते मैं इन्नी किड्डी को वड्डी गल मेरे कोल कुछ। दो सूफियां दे जीवन सिर्फ एक इन विचों आप सब नूं पता है कि मंसूर बारे। मंसूर जदों जांदा अपने मुरशद दे कोल, उहदे बारे कहा जाता है ये मस्जिद विच गया ते इन्हें मसीत खड़का के आवाज, दरवाजा खड़का के आवाज दी। अंदरों आवाज आई कौन? उन्हें कहा मंसूर। मैं मंसूर। ते मसीत विचों आवाज आई इत्थे दो जणियां दे बहन जोगी थां नहीं, इत्थे सिर्फ एक ही बह सकता है। मसीत तां काफ़ी वड्डी सी। उन्हें कहा इत्थे दो नहीं, इत्थे एक ही बहेगा, बाहर बैठ जा तू। वो बाहर बैठ गया जी मसीत ते। लोकी आउंदे ने नमाज पढ़न, पर उन्होंने कहा गया इत्थे दो जणियां दी थां नहीं। उत्थे बैठ गया, लोकां दियां जुत्तियां झाड़न लग पिया। कुछ समय बाद गंढन लग पिया। उन्होंने खुद महसूस होया जिवें मोचियां मेरी तां हस्ती कोई नहीं। कुछ महीनों बाद मुरशद बाहर निकलिया, उन्हें आवाज़ दी इत्थे मंसूर आया सी। ते उन्हें जोड़ियां च बैठिया क्या आया सी, पर पता नहीं कित्थे गवाच गया। मेरी बेनती सुनो, आया सी पर पता नहीं कित्थे चला गया, मर गया वो। ते अगों मुरशद ने कहा मैनू भी पता सी वो मर गया, इसे करके मैं खुद लैण वास्ते आया। मैं एक बेनती करांगा, घट्टो घट मेरी अर्ज है, वेखो गुरु घर हर बंदा रब नूं पाण लई नहीं आउंदा। ते असीं भी स्टेजां ते बैठ के चौकियां रब दीयां सिफतां नहीं करदे सी, बंदियां नूं रिजाण आउंदे। की साडी मंजिल अकाल पुरख है? कि साडा अंतम निशाना प्रभु अभेदता है? गुरु साहब कहते हैं मैनू कुछ नहीं आउंदा, मेरे कोल ज्ञान नहीं, मेरे कोल एकाग्रता नाम का ध्यान नहीं। सच एवे कि मैं तेरे गुणां का कदरदान भी नहीं। बस हाँ एक मैनू पता है कि मेरा गुरु नानक सब तो वड्डा है, मैनू नगुणे नूं ने कृपा करके रख लिया है। ये असल च एक अरदास है कि ज्ञान ध्यान किछ कर्म ना जाना, सार ना जाना। इत्थे सारदार ते कदर, तेरी कीमत नहीं मैं जानी। ज्ञान ध्यान किछ कर्म न जाना, सार न जाना तेरी, सब ते वड्डा सतगुरु नानक जिन कल राखी मेरी। हुण कई सज्जन इत्थों थोड़ा डरदे आ जी ते विश्राम अगे पिछे घुमांदे आ, सब ते वड्डा सतगुर नानक जिन कल राखी मेरी। मैं कहा एवें क्यों आपां सिर खपाई जाने, की सिद्ध करना चाहते हैं? गुरु नानक सब तो वड्डा नहीं? देखो असीं की मैं कि जिहदे वास्ते चल रहे हां,
ਅੱਗੇ ਬੇਨਤੀ ਕਰਨਾ ਬਾਣੀ 'ਚ। ਉਸ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਸਵਈਏ ਪੜੋ। ਭੱਟਾਂ ਦੇ ਸਵਈਆਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਦੇ ਮੁੱਖ ਵਾਕ ਸਵਈਏ ਹੁੰਦੇ ਨੇ। ਮੁੱਖ ਵਾਕ ਸਵਈਏ ਵੱਖਰੇ ਨੇ, ਭੱਟ ਸਾਹਿਬਾਨ ਜੀ ਦੇ ਸਵਈਏ ਵੱਖਰੇ। ਮੁੱਖ ਵਾਕ ਸਵਈਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਰਜਨ ਦੇਵ ਦਾ ਬੋਲ ਹੈ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੈ। ਇਸ ਪਾਠ ਕਰਨ ਵਾਲਿਆਂ ਨੂੰ ਪਤਾ ਹੈ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ। ਇਹਦੇ ਅਰਥ ਨੇ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਦਾਸ, ਉਹਦੇ ਦਰ ਤੇ ਤੁਲਿਆ ਹੋਇਆ। ਤੁਲਿਆ ਦਾ ਅਰਥ ਹੈ ਪ੍ਰਾਮਾਣਿਕ, ਜਿਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਪ੍ਰਾਮਾਣਿਕ ਉਹਦੇ ਭਗਤ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬਾਬਾ ਨਾਨਕ ਜੀ ਮੇਰੀ ਇੱਕ ਜ਼ਬਾਨ ਤੈਨੂੰ ਕਿੰਨੀ ਕੁ ਸਲੌਤਾ ਕਰ ਸਕਦੀ ਹੈ। ਤੇ ਆਪਾਂ ਸ਼ਬਦ ਵਰਤੀ ਜਾਂਦੇ ਆ। ਪਿਛਲੇ ਦਿਨੀ ਮੈਂ ਕਰਜ਼ ਕੀਤੀ ਪੁਰਬ ਤੇ ਗੁਰੂ ਨਾਨਕ ਸਾਹਿਬ ਦੇ, ਮੈਂ ਆਵਾਂਗਾ ਪ੍ਰਕਰਨ ਸ਼ੁਰੂਆਤ ਕਰਨੀ ਮੈਂ ਆਨੰਦਪੁਰ ਸਾਹਿਬ ਤੋਂ, ਗੁਰੂ ਤੇਗ ਬਹਾਦਰ ਸਾਹਿਬ ਤੋਂ, ਕਿ ਬੜੀਆਂ ਥਾਵਾਂ ਮੈਂ ਦੇਖੀਆਂ, ਦੇਸ਼ ਪ੍ਰਦੇਸ਼ ਬਹੁਤ ਥਾਵਾਂ ਤੇ ਦੱਸ ਗਿਆ। ਅੱਜ ਤੀਕਰਾਂ ਮੈਂ ਭਾਈ ਬਾਬੇ ਕਾਲੂ ਦੇ ਨਾਮ ਤੇ ਇੱਕ ਮੇਜ਼ ਲੱਗਾ ਡਿਸਪੈਂਸਰੀ ਵੀ ਨਹੀਂ ਦੇਖੀ। ਮੈਨੂੰ ਦੱਸੋ ਇੱਥੇ ਕਿਤੇ ਬਾਬਾ ਕਾਲੂ ਜੀ ਦੀ ਯਾਦ ਕਿਸੇ ਨੇ ਬਣਾਈ? ਕਿਉਂ? ਕਿਉਂਕਿ ਅਸੀਂ ਲੋਕਾਂ ਨੇ ਉਹਨੂੰ ਐਜ ਏ ਵਿਲਨ ਦੇ ਰੂਪ 'ਚ ਪੇਸ਼ ਕੀਤਾ ਵੀ ਬਾਬੇ ਨੇ ਆਹ ਕਰ ਦਿੱਤਾ, ਬਾਬੇ ਕਾਲੂ ਨੇ। ਮੇਰੇ ਮਨ 'ਚ ਉਦਣ ਆਇਆ, ਜੇ ਬਾਬਾ ਕਾਲੂ ਸਾਹਿਬ ਦੇ 20 ਰੁਪਏ ਠੱਗੀ ਦੇ ਹੁੰਦੇ, ਗੁਰੂ ਨਾਨਕ ਕਦੀ ਨਹੀਂ ਸੀ ਜੇਬ 'ਚ ਪਾਣੇ। ਇਹਨੂੰ ਧਿਆਨ ਨਾਲ ਸੁਣੋ। ਜੇ ਉਹ ਮਲਕ ਭਾਗੋ ਦੀ ਥਾਲੀ ਨੂੰ ਠੁੱਡਾ ਮਾਰ ਸਕਦੇ ਨੇ, ਜੇ ਉਹ ਭੂਮੀਏ ਚੋਰ ਦੀ ਰੋਟੀ ਛੱਡ ਸਕਦੇ ਨੇ, ਸੱਚ ਇਹ ਵੀ ਜੇ ਸੱਜਣ ਠੱਗ ਦੀ ਰੋਟੀ ਤੋਂ ਇਨਕਾਰ ਕਰਦੇ ਨੇ, ਜੇ ਬਾਪੂ ਦੀ ਕਮਾਈ ਦਗੇ ਦੀ, ਝੋਠੇ ਦੀ, ਫਰੇਬ ਦੀ ਹੁੰਦੀ, ਕਦੀ ਗੁਰੂ ਨਾਨਕ ਜੇਬ 'ਚ ਪੈਸਾ ਨਾ ਪਾਉਂਦਾ। ਉੱਥੇ ਵੀ ਕਹਿ ਦੇਣਾ ਸੀ, ਬਾਪੂ ਜਿਹੜੇ ਰੁਪਈਏ ਤੁਸੀਂ ਦੇਣ ਲੱਗੇ ਤਾਂ ਪਰਾਇਆ ਹੱਕ ਹੈ। ਪਰ ਇਹਨੂੰ ਸੁਣੀਏ ਅਸਲ ਮਤਲਬ ਕਿ ਬਾਬਾ ਜੀ ਦੀ ਕਮਾਈ ਕਿੰਨੀ ਕੁ ਹੱਕ ਦੀ ਹੋਵੇਗੀ। ਬਾਬਾ ਕਾਲੂ ਸਾਹਿਬ ਦੀ ਕਮਾਈ ਬੇਈਮਾਨੀ ਦੀ ਨਹੀਂ। ਜੇ ਬੇਈਮਾਨੀ ਦੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਕਦੀ ਜੇਬ 'ਚ ਪਾ ਕੇ ਨਾ ਤੁਰਦੇ। ਮੈਂ ਅਰਜ਼ ਕਰਾਂਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿੱਥੇ ਗੁਰੂ ਨੂੰ ਧਨ ਕਹਿੰਦਾ ਉੱਥੇ ਗੁਰੂ ਦੇ ਪਿਤਾ ਨੂੰ ਮੱਥਾ ਜ਼ਰੂਰ ਟੇਕਿਆ ਕਰ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਫਿਰ ਮੈਂ ਅਰਜ਼ ਕਰਾਂਗਾ ਕਿ ਗੁਰੂ ਅਰਜਨ ਸਾਹਿਬ ਇਹ ਸ਼ਬਦ ਕਹਿ ਰਹੇ ਨੇ ਕਿ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਚੀ ਕਿਆ ਬਖਾਨੈ। ਹਾਂ ਕਿ ਬਲ 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 ਸਦ ਬਲਹਾਰ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਦੂਸਰਾ ਗੁਰੂ ਅਰਜਨ ਦੇਵ ਦੀ ਇੱਕ ਹੋਰ ਤੁਕ ਹੈ, ਭੱਟਾਂ ਦੇ ਸਵਈਆਂ ਤੋਂ ਪਹਿਲਾਂ ਹੀ। ਉਹ ਤੁਕ ਹੈ, ਜੀਜੇ ਕਾਟੀ ਸਿਲਕ ਦਇਆਲ ਪ੍ਰਭ। ਸਿਲਕ ਦਾ ਅਰਥ ਕੱਪੜਾ ਨਹੀਂ, ਸਿਲਕ ਦਾ ਅਰਥ ਹੈ ਰੱਸੀ। ਕਹਿੰਦੇ ਨੇ ਜਿਨ੍ਹਾਂ ਲੋਕਾਂ ਦੇ ਗਲੇ 'ਚ ਮੋਹ ਮਮਤਾ ਦੀਆਂ ਰੱਸੀਆਂ ਪਈਆਂ ਨੇ ਕਈ ਜਨਮਾਂ ਦੀਆਂ, ਉਹਨਾਂ ਦੀਆਂ ਰੱਸੀਆਂ ਨੂੰ ਗੁਰੂ ਨਾਨਕ ਨੇ ਕੱਟ ਦਿੱਤਾ। ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ। ਇਹ ਗੁਰੂ ਨਾਨਕ ਸਾਹਿਬ ਦੀ ਸਿਫਤ ਹੈ। ਇਸ ਤੋਂ ਥੋੜਾ ਜਿਹਾ ਹੋਰ ਅੱਗੇ ਆਓ। ਇੱਕ ਪਿਛਲੇ ਤੋਂ ਪਿਛਲੇ ਸਾਲ, ਇਸ ਸਾਲ ਤਾਂ ਹਜ਼ੂਰ ਦੇ ਪੁਰਬ ਨਹੀਂ ਕਥਾ ਹੋਈ, ਪਿਛਲੇ ਸਾਲ ਜਦੋਂ ਭੱਟਾਂ ਦੇ ਸਵਈਏ ਪੜ੍ਹਦੇ ਅੰਮ੍ਰਿਤ ਵੇਲੇ ਗੁਰਸਿੱਖ, ਉਹਨਾਂ ਨੇ ਇੱਕ ਤੁਕ ਪੜ੍ਹੀ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ। ਉਹਨਾਂ ਨੇ ਦੂਸਰਾ ਇੱਕ ਸਵਈਆ ਪੜ੍ਹਿਆ, ਉਹਦੇ ਵਿੱਚ ਉਹਨਾਂ ਨੇ ਸ਼ਬਦ ਵਰਤਿਆ ਹੈ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ। ਇਹ ਤਾਂ ਦਾਸ ਬੇਨਤੀ ਕਰ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਿਹਨ ਵਿੱਚ ਬੈਠ ਜਾਏ ਕਿ ਗੁਰੂ ਗੋਬਿੰਦ ਸਿੰਘ ਦੀ ਸਿਫਤ ਇੱਕ ਜਰਨੈਲ ਦੀ ਸਿਫਤ ਨਹੀਂ, ਇਹ ਉਹੀ ਸਿਫਤ ਹੈ ਜਿਹੜੀ ਗੁਰੂ ਨਾਨਕ ਦੀ ਜੋਤ ਉਹਦੇ ਵਿੱਚ ਵਰਤਦੀ ਹੈ। ਜੇ ਉਹਨੂੰ ਸ਼ਿਵਾਜੀ ਮਰੱਠਾ ਦੂਜੇ ਤੀਜੇ ਨਾਲ ਤੁਲਨਾ ਦੇਾਂਗੇ, ਕਿੰਨੀ ਮੂਰਖਤਾਈ ਹੈ ਸਤਿਗੁਰੂ। ਸ਼ਬਦ ਅਸੀਂ ਗੁਰੂ ਸਾਹਿਬ ਦੀ ਏਡੇ ਸਮਰੱਥ ਦਾਤਾ ਨਹੀਂ। ਹਜ਼ੂਰ ਗੁਰੂ ਗ੍ਰੰਥ ਸਾਹਿਬ 'ਚ ਦੋ ਤੁਕਾਂ ਜਦੋਂ ਨਾ ਪੜ੍ਹੀਆਂ, ਇੱਕ ਤਾਂ ਸੀ ਪ੍ਰਤੱਖ ਦੇ। ਹੁਣ ਦੇ ਲਫ਼ਜ਼ ਸੁਣ ਕੇ ਵੀ ਕਈ ਵੰਚਲਿਤ ਹੋ ਜਾਂਦੇ ਆ ਵੀ ਇਹ ਦੇ ਦੀ ਪੂਜਾ ਦੀ ਗੱਲ ਚੱਲ ਪਈ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੇ ਦੇ ਕਨਸੈਪਟ ਤੇ ਨਾ ਬੋਲਿਆ ਵੀ ਨਹੀਂ ਗਿਆ। ਇਸ ਦੇ ਦੀ ਫਲਸਫਾ ਕੀ ਹੈ? ਗੁਰੂ ਗ੍ਰੰਥ ਸਾਹਿਬ 'ਚ ਇੱਕ ਪਾਸੇ ਇਸ ਤਰਲਾ ਮਾਰਨੀ ਆ ਕਿ 84 ਲੱਖ ਜੂਨ ਭੋਗਣ ਤੋਂ ਬਾਅਦ ਦੇ ਹੀ ਮਿਲਦੀ ਹੈ,
ਤੇ ਦੂਜਾ ਡਾਂਗ ਚੁੱਕ ਕੇ ਦੇ ਪਿੱਛੇ ਤੁਰ ਪੈਣੇ ਆ ਦੇਹ ਦੀ ਪੂਜਾ। ਮੈਂ ਇੱਕ ਬੇਨਤੀ ਕਰਾਂਗਾ, ਜੇ ਆਹ ਢਾਂਚਾ ਨਾ ਹੋਵੇ ਤੇ ਅੰਦਰੋਂ ਬੋਲ ਕਦੀ ਨਾ ਨਿਕਲੇ। ਦੇਹ ਦੀ ਇੱਕ ਆਪਣੀ ਥਾਂ ਹੈ, ਦੇਹ ਨਾਸ਼ਵੰਤ ਵੀ ਹੈ, ਦੇਹ ਵਾਸ਼ਨਾ ਵੀ ਹੈ, ਦੇਹ ਪਰਮਾਤਮਾ ਦਾ ਘਰ ਵੀ ਹੈ, ਦੇਹ ਸੱਚ ਐਵੇਂ ਪਾਪਾਂ ਦਾ ਪੁਤਲਾ ਵੀ ਹੈ। ਜੇ ਬੰਦੇ ਨੂੰ ਸਮਝ ਪੈਦਾ ਤੇ ਦੇਹ ਦੇ ਅੰਦਰ ਸ਼ੁਭ ਗੁਣਾਂ ਦਾ ਵੀ ਖਜ਼ਾਨਾ ਭਰਿਆ ਹੋਇਆ। ਸਿਰਫ ਇੱਕ ਇੱਕ ਤੁਕ ਦਾਸ ਕਹਿ ਦਿੰਦਾ, ਜਦੋਂ ਅਸੀਂ ਨਾਸ਼ਵੰਤਾ ਦੀ ਗੱਲ ਕਰਨੇ ਆ ਤੇ ਅਸੀਂ ਬੋਡੀ ਬਾਰੇ ਕਹਿੰਦੇ ਆ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ। ਇਹ ਇਸ ਤਰ੍ਹਾਂ ਜਿਵੇਂ ਛਪਰੀ ਹੈ। ਵੈਸੇ ਇੱਥੇ ਸਾਰੇ ਵਿਦਵਾਨਾਂ ਨੇ ਟਾਟੀ ਲਫ਼ਜ਼ ਦਾ ਅਰਥ ਛਪਰੀ ਕੀਤਾ ਹੈ। ਇਹਦਾ ਅਰਥ ਵੈਸੇ ਓਟ ਹੈ, ਆਸਰਾ ਹੈ। ਇਹ ਸਰੀਰ ਇਸ ਤਰ੍ਹਾਂ ਜਿਵੇਂ ਕੱਖਾਂ ਦੀ ਕੁੱਲੀ ਅੱਗ ਲੱਗੇਗੀ ਨੇ ਫੂਕੀ ਜਾਣਾ। ਇਹਨੂੰ ਬਾਣੀ ਚ ਕਿਹਾ, ਜਿਵੇਂ ਅਸੀਂ ਪੜ੍ਹਨੇ ਆ, ਹਾੜ ਜਰੈ ਜਿਉ ਲਾਕਰੀ ਕੇਸ ਜਰੈ ਜਿਉ ਘਾਸ। ਤੇਰਾ ਸਰੀਰ ਇਸ ਤਰ੍ਹਾਂ ਸੜੇਗਾ ਜਿਵੇਂ ਲੱਕੜ ਅੱਗ ਸੜਦੀ ਏ, ਤੇਰੀਆਂ ਖੱਡੀਆਂ ਲੱਕੜ ਦੀ ਤਰ੍ਹਾਂ ਤੇ ਕੇਸ ਤੇਰੇ ਇਸ ਤਰ੍ਹਾਂ ਸੜਨਗੇ ਜਿਵੇਂ ਸੁੱਕੇ ਘਾਹ ਨੂੰ ਅੱਗ ਲੱਗਦੀ। ਇਹ ਨਾਸ਼ਵੰਤਾ ਦਾ ਪੱਖ ਹੈ। ਦੂਜਾ ਬੋਡੀ ਦਾ ਪੱਖ ਹੈ, ਇਹਦਾ ਸਟਰਕਚਰ, ਇਹਦਾ ਢਾਂਚਾ। ਉਹਨੂੰ ਬਾਬਾ ਜੀ ਨੇ ਬਾਣੀ ਚ ਕਿਹਾ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਇਹ ਪਾਣੀ ਦੀ ਕੰਧ ਦੇ ਸਹਾਰੇ ਖਲੋਤੀ ਹੈ। ਇਹ ਪੰਜਾਂ ਤੱਤਾਂ ਦੀ ਜੜਤ ਹੈ। ਇਹ ਇਹਦਾ ਢਾਂਚੇ ਦਾ ਜ਼ਿਕਰ ਕੀਤਾ। ਦੂਜੇ ਪਾਸੇ ਕੱਲ ਅਸੀਂ ਇੱਕ ਪ੍ਰਮਾਣ ਲਿਆ ਸੀ, ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਹੰਕਾਰਾ। ਇਹ ਵਾਸ਼ਨਾ ਦਾ ਪੁਤਲਾ ਵੀ ਹੈ। ਪਰ ਬਾਣੀ ਪੜ੍ਹਦੇ ਹੋ ਗੁਰਮੁਖੋ, ਕੱਲ ਅਸੀਂ ਇਹ ਪ੍ਰਮਾਣ ਲਿਆ ਸੀ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸ਼ਰਾ। ਮੇਰੀ ਬੇਨਤੀ ਹੈ ਕਿ ਦੇਹੀ ਪਾਪ ਵੀ ਹੈ ਤੇ ਦੇਹੀ ਪੁੰਨ ਵੀ ਹੈ। ਜੇ ਸੱਚਮੁੱਚ ਪਰਮਾਤਮਾ ਵਾਲੇ ਪਾਸੇ ਤੁਰ ਪਵੇ, ਇਹ ਦੇਹੀ ਹੀ ਮੰਦਰ ਮਸਜਿਦ ਤੇ ਗੁਰਦੁਆਰਾ ਬਣ ਜਾਂਦੀ ਏ। ਜੇ ਬੰਦੇ ਦਾ ਅੰਦਰ ਰੱਬ ਤੋਂ ਥਿੜਕ ਜਾਏ ਤੇ ਚੇਤੇ ਰੱਖਿਓ, ਇਹ ਦੇਹ ਹੀ ਪਾਪਾਂ ਦਾ ਘਰ ਬਣ ਜਾਂਦੀ ਹੈ। ਮੈਂ ਫਿਰ ਅਰਜ਼ ਕਰਾਂ ਕਿ ਇੱਥੇ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ, ਇਹ ਗੁਰੂ ਗ੍ਰੰਥ ਸਾਹਿਬ ਚ ਆਪ ਤੁਕ ਦੇਖ ਲਿਆ ਜੀ। ਇਹਦੇ ਅਰਥ ਇਹ ਨੇ ਕਿ ਹੇ ਗੁਰੂ ਰਾਮਦਾਸ, ਤੂੰ ਉਹੀ ਹੈ ਜਿਹੜਾ ਆਦ ਰੂਪ ਵਿੱਚ ਪਰਮੇਸ਼ਵਰ ਆਪ ਹੈ, ਜਿਹੜਾ ਸਭ ਨੂੰ ਰੋਜ਼ੀ ਦੇਣ ਵਾਲਾ ਹੈ। ਫਿਰ ਉਹਨਾਂ ਸ਼ਬਦ ਵਰਤਿਆ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਤੂੰ ਤੇਰੀ ਦੇਹੀ ਪਾਰ ਬ੍ਰਹਮ ਦੀ ਹੈ। ਚਲੋ ਜ਼ਿਆਦਾ ਦੂਰ ਨਾ ਜਾਓ, ਇੱਕ ਸ਼ਬਦ ਤਾਂ ਮੇਰਾ ਖਿਆਲ ਗੁਰੂ ਰਾਮਦਾਸ ਦੇ ਪੁਰਬ ਨੂੰ ਸਾਰੇ ਰਾਗੀ ਪੜ੍ਹਦੇ ਆ ਕਿ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਹੈ। ਪਲੀਜ਼ ਮੇਰੀ ਬੇਨਤੀ ਹੈ, ਇੱਕ ਸ਼ਬਦ ਹੈ ਪਾਰ ਬ੍ਰਹਮ ਪਰਮੇਸ਼ਰ, ਦੂਜਾ ਸ਼ਬਦ ਹੈ ਗੁਰ ਪਰਮੇਸ਼ਰ। ਤੁਸੀਂ ਪਾਠ ਕਰੋਗੇ, ਪਾਰ ਬ੍ਰਹਮ ਪਰਮੇਸ਼ਵਰ ਦਾ ਤਾਂ ਕੋਈ ਰੂਪ ਰੇਖ ਨਹੀਂ, ਕੋਈ ਚੱਕਰ ਚਿੰਨ ਕੁਛ ਵੀ ਨਹੀਂ। ਜਦੋਂ ਉਹ ਆਪਣੀ ਝਲਕ ਮਾਨਵਤਾ ਵਾਸਤੇ ਦਿੰਦਾ, ਸੱਚ ਇਹ ਵੇ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਗੁਰ ਪਰਮੇਸ਼ਵਰ ਹੋ ਕੇ ਦੁਨੀਆ ਵਿੱਚ ਵਿਚਰਦਾ ਹੈ। ਫਿਰ ਬੇਨਤੀ ਸੁਣਿਓ, ਗੁਰੂ ਵਿੱਚ ਉਹ ਪਰਮੇਸ਼ਵਰ ਹੋ ਕੇ ਵਰਤਦਾ, ਤੇ ਜਦੋਂ ਪਰਮੇਸ਼ਵਰ ਹੋ ਕੇ ਵਰਤਦਾ, ਜਿਸ ਦੇਹੀ ਦੇ ਭਾਂਡੇ ਵਿੱਚੋਂ ਗੁਰੂ ਆਪ ਪਰਮਾਤਮਾ ਬੋਲਦਾ ਹੈ, ਸੱਚ ਇਹ ਵੇ ਕਿ ਉਸ ਭਾਂਡੇ ਨੂੰ ਵੀ ਸਿੱਖ ਨਮਸਕਾਰ ਕਰਕੇ ਗੁਰੂ ਦੀ ਦੇਹ ਨੂੰ ਬੜੀ ਵੱਡੀ ਥਾਂ ਦਿੰਦਾ ਹੈ। ਗੁਰ ਅੰਮ੍ਰਿਤ ਭਿੰਨੀ ਦਿਓਰੀ ਵੀ ਆਪਾਂ ਕਹਿੰਦੇ। ਬੇਨਤੀ ਹੈ ਕਿ ਪਹਿਲੀ ਗੱਲ ਕਿ ਗੁਰੂ ਦੇ ਇਤਿਹਾਸ ਦੀ ਗੱਲ ਕਰਦੇ ਆਂ, ਤਵਾਰੀਖ ਦੀ ਗੱਲ ਕਰਦੇ ਆਂ, ਇਹ ਗੱਲ ਜੇਨ ਚ ਰੱਖ ਕੇ ਚੱਲਣੀ ਹੈ ਵੀ ਮੈਂ ਗੁਰੂ ਦੀ ਵਡਿਆਈ ਕਰ ਲੱਗਾ। ਮੈਂ ਇਕੱਲੇ ਇਤਿਹਾਸਕ ਤੱਥ ਨਹੀਂ ਦੱਸਣ ਲੱਗਾ, ਕੋਈ ਵੀ ਗੱਲ ਕਰੇ। ਫਿਰ ਅਗਲਾ ਸਵਾਲ, ਗੁਰੂ ਨੂੰ ਵੱਡਾ ਕਹਿ ਕੇ ਕੀ ਬਣੇਗਾ? ਆਓ ਇੱਕ ਪੌੜੀ ਹੈ ਆਸਾ ਕੀ ਵਾਰ ਦੀ, 18ਵੀਂ ਪੌੜੀ। 24 ਪੌੜੀਆਂ ਨੇ ਆਸਾ ਕੀ ਵਾਰ ਦੀਆਂ, ਸਭ ਨੂੰ ਪਤਾ ਹੈ। 18ਵੀਂ ਪੌੜੀ ਦੀ ਇੱਕ ਇੱਕ ਤੁਕ ਧਿਆਨ ਨਾਲ ਕਿਤੇ ਪੜੋ। ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੇ, ਜਿਹੜਾ ਇਨਸਾਨ ਆਪਣੇ ਗੁਰੂ ਨੂੰ ਵੱਡਾ ਕਹਿੰਦਾ, ਜਿਹੜਾ ਗੁਰੂ ਦੀ ਵਡਿਆਈ ਕਰਦਾ, ਜਿੰਨੀ ਗੁਰੂ ਦੀ ਵਡਿਆਈ ਕਰਦਾ, ਗੁਰੂ ਓਨੀ ਉਹਦੀ ਬੁਰਿਆਈ ਦਾ ਖਾਤਮਾ ਕਰ ਦਿੰਦਾ। ਬੜਾ ਸਿੱਧਾ ਜੀ ਗੱਲ ਹੈ ਜੀ। ਜਿੰਨਾ ਕੋਈ ਗੁਰੂ ਨੂੰ ਵੱਡਾ ਕਹੇਗਾ ਭਿੱਜ ਕੇ, ਸੱਚ ਇਹ ਵੇ ਗੁਰੂ ਓਨੀ ਉਹਦੀ ਵਡਿਆਈ ਕਰੇਗਾ, ਤੇ ਜਿੰਨੀਆਂ ਕੋਈ ਗੁਰੂ ਦੀਆਂ ਵਡਿਆਈਆਂ ਕਰੇਗਾ, ਗੁਰੂ ਉਹਦੇ ਅੰਦਰ ਦੀਆਂ ਬੁਰਾਈਆਂ ਦਾ ਖਾਤਮਾ ਕਰਕੇ ਰੱਖ ਦੇਵੇਗਾ। ਇਹ ਪੌੜੀ ਹੈ ਜੀ, ਸਤਿਗੁਰ ਵੱਡਾ ਕਰ ਸਹਲਾਈ ਹੈ। ਇਹ ਦੇਖੋ, ਸਾਰੇ ਪਵਿੱਤਰ ਇੱਕ ਤੋਕਾ ਪਾਲੇ ਨੇ।
सतगुरु वड्डा कर सालाई है। जदों भी गुरु की गल करिए, मेरे गुरु नानक साहब कहते हैं अपने मुरशद नूं कदी नीवा नहीं दिखाना चाहिए। अपने रब नूं अपने गुरु नूं वड्डा कहो। तो साडी खोज इत्थे टिकी है, 4 किताबां पढ़ने। सब तो पहला लो सानू पता लग गया जी अज साइंटिफिक तरीके नाल गल कोई नहीं टुकदी। सच्ची गल असीं लभ लभ के लिआउने आ भी लोकां नूं दसीए भी बाणी साइंस अनुसार नहीं टुकदी। मैं शायद इत्थे कि पिछले अर्ज करके आया सां, एक मैनू दसो भी गुरु साडा शब्द है कि गुरु न्यूटन है कि गुरु आइंस्टाइन है। ये नहीं कि मैं विज्ञान का कोई विरोध कर रहा, विज्ञान ना हुंदा आपां इत्थे कित्थे बैठे हुंदे। पर फिर मैं बेनती करांगा कि साइंस की अपनी खोज के ओहदी स्टैंप नूं ला के धर्म की व्याख्या करोगे दा मतलब कि फिर वड्डा कौन होया? साइंस वड्डी होई। प्लीज़ मेरी बेनती है, धर्म की अपनी एक थां है, आस्था की अपनी थां है, शरधा का अपना वड्डा एक हिस्सा है। तो ये शब्द जे कह दिए भी ब्लाइंड फेथ, असी कहने अक्सर कि ये अंधविश्वास है। मैं तो जी उदाहरण दी ABC की, जिदन बच्चा स्कूल पढ़ने पाए आपां पढ़ के आए, असी ब्लाइंड फेथ तो शुरू हुए हैं। कभी किसी ने सवाल नहीं किया कि जेड़ा मैनू पढ़ाया जा रहा है ये ही क्यों है, ये जी वाली थां ते भी आ सकता है, ए दी थां ते सी भी बोलिया जा सकता है। सच ये वे कि अरबां बंदे ये तलीम लै चुके ने। हर बंदा जिहड़ा वो विद्यार्थी अपने मास्टर दे ब्लाइंड फेथ ते चलदा है। जे उन्हें ये कह दिता सारी जिंदगी उन्हें ये ही मन्निया है। मेरी बेनती है, भरोसा बड़ी वड्डी चीज़ है। इस तो बिना पहली गल भरोसे तो बिना, हालांकि साडी अरदास विच 2 लफ्ज़ ने। जदों असीं मंग मानने हाँ, असीं मंगे मंगने आ सिखां नूं सिੱਖੀ दान, केश दान, रैत दान, बवेक दान। अगले 2 लफ्ज़ ने विसा दान ते भरोसा दान। ये 2 लफ्ज़ शब्द क्यों रख दिते? विसा दान ते भरोसा दान, कि ये दोनों शब्दों के अर्थ एक नहीं? नहीं, एक नहीं। विसा दान का अर्थ है मैनू जे सिੱਖੀ दिती है तो इन्ना विश्वास बख्श कि तेरी रैत ते तेरी बाणी ते तेरे तेरे शब्द ते परमात्मा ते मैनू पूरा विश्वास होवे। विसा दान का अर्थ है कि जो कुछ मैं पढ़ रहा वो है, ते भरोसा दान का अर्थ केवल है नहीं, वो मेरे अंग संग है। फिर सुनियो, होना ते अंग संग होना दोनों च फर्क है ना। हुण आपां जिन्ने गुरुद्वारे बैठे हैं, साडे परिवार के सारे बंदे तो इत्थे नहीं ना आए, पर साडा मन ये कहंदा वो हैन, इसे शहर विच ने। है दा अर्थ है कि उन्हां दी मौजूदगी है इस शहर विच, ते भरोसे का अर्थ है कली मौजूदगी नहीं, वो मेरे नाल ने। विसा दान का अर्थ कि ये है, ते भरोसे का अर्थ कला है नहीं, वो मेरे अंग संग है। इसे करके गुरु नानक ने कहा, रब नूं किसी भी धर्म स्थान तक सीमित मत करो। जे धर्म स्थान गुरुद्वारे मंदिर मसीत तक कहोगे भी रब अल्लाह इतों तक नहीं। सच ये वे कि रब का नाम तो उत्थे भी जाता है जदों साडा शरीर भी खत्म हो जाता। एडे भरोसे नाल जीए। हुण जे असीं कही जी शरीर चला गया तो नाम नाल जाता है। हुणे भाई साहब पढ़ रहे सन, जे मार्ग ए जात अकेला तै हर नाम संग हो सुहेला। जे मार्ग के गने जाए ना कोसा, हर का नाम उआ संग तोशा। मैं बेनती करांगा, सब तो पहला भरोसा गुरु ते। सतगुरु वड्डा कर सालाई है। अगली गल, जिस विच वड्डियां वड्डियाइयां, जिस विच बड़ियां वड्डियां वड्डियाइयां, किन्नियां को वड्डियाइयां ने उन्होंने कोई बयान नहीं कर सकता। सतगुरु वड्डा कर सालाई है, जिस विच वड्डियां वड्डियाइयां सह मेले तां नजरी आईयां। जदों परमात्मा ने सह वह गुरु ने गुरु नाल मिला दिता, फिर समझ पई मेरा गुरु तां गुणां दा खजाना है। इन्नियां वड्डियाइयां इहदे विच। चलो मैं प्रमाण वजों कह देना कि सतगुरु गुणी निधान है, ये वड्याई है। गुण कर बख्शे अवगण यारे। सतगुरु पूरा वैद है, पंजे रोग असाध निवारे। सुख साकुर गुरदेव है, सुख दे मेल लै दुखियारे। सतगुरु पूरा निर्वैर है, निंदक दोष की बेमुख तारे। सतगुरु पूरा निरभौ सदा जन्म मरण जम डरै उतारे। ये सारे गुरु दे गुण ने। महाराज कहते ने, जिस विच वड्डियां वड्याइयां सह मेले तां नदरी
ਆਈਆਂ ਜਾਂ ਤਿਸ ਭਾਣਾ ਤਾਂ ਉਹ ਜਿਹੜੀਆਂ ਵਡਿਆਈਆਂ ਗੁਰੂ ਦੀਆਂ ਨੇ। ਮੰਨ ਲਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੇ ਸੱਚੇ ਪਾਤਸ਼ਾਹ ਜੀ ਸਾਡੇ, ਅਸੀਂ ਉਹਨਾਂ ਦੀ ਹਜ਼ੂਰੀ 'ਚ ਬੈਠੇ। ਸੱਚਖੰਡ 'ਚ ਕਿੰਨੇ ਸਰੂਪ ਹੋਣੇ ਨੇ ਮਹਾਰਾਜ ਦੇ, ਆਪਾਂ ਘਰ ਵੀ ਗੱਲ ਕਰਦੇ ਆ। ਸੈਂਕੜੇ ਸਰੂਪ ਗੁਰਦੁਆਰੇ 'ਚ ਰੱਖ ਲਓ, ਚੇਤੇ ਰੱਖਿਓ ਬਾਹਰ ਮੁਖੀ ਚੰਦੋਵੇ ਥੱਲੇ ਪ੍ਰਕਾਸ਼ ਹੋਵੇਗਾ, ਜ਼ਰੂਰੀ ਏ। ਪਰ ਜਿੰਨੀ ਦੇਰ ਤੱਕ ਅੰਦਰ ਦਾ ਪ੍ਰਕਾਸ਼ ਨਹੀਂ ਹੋਣਾ, ਉਨੀ ਦੇਰ ਤੱਕ ਪ੍ਰਕਾਸ਼ ਦੀ ਸਮਝ ਵੀ ਕੋਈ ਨਹੀਂ ਪੈਣੀ। ਜਿਹੜੇ ਬੰਦੇ ਗੁਰੂ ਸਾਹਿਬ ਦੇ ਕੋਰ ਰੋਡ 'ਚ ਰਹਿੰਦੇ ਆ ਕਿ ਸਾਡੇ ਅੰਦਰ ਸਾਰਿਆਂ ਦੇ ਪ੍ਰਕਾਸ਼ ਹੋ ਗਿਆ। ਮੈਂ ਇਹ ਪਿਛਲੇ ਦਿਨੀ ਕਰਜ਼ ਕੀਤੀ ਸੀ, ਕਈ ਬੰਦੇ ਸੱਚੀ ਗੱਲ ਜੇ ਕੁਝ ਬਾਣੀ ਪੜ੍ਹਦੇ ਨੇ ਰੋਟੀ ਕਮਾਉਣ ਨੂੰ, ਸੱਚੀ ਗੱਲ। ਪਾਠ ਕਰਾਂਗੇ ਰੋਟੀ ਚੱਲਣੀ, ਕਥਾ ਕਰਾਂਗੇ ਰੋਟੀ ਚੱਲਣੀ, ਕੀਰਤਨ ਕਰਾਂਗੇ। ਕਈ ਲੋਕ ਪੜ੍ਹਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਨਾਮ ਚਮਕਾਉਣ, ਜੈ ਜੈਕਾਰ ਹੋ ਜਾਏ। ਕਈ ਬੰਦੇ ਪੜ੍ਹਦੇ ਨੇ ਇਸ ਕੌਮ ਨੂੰ ਉਲਝਾਉਣ ਨੂੰ, ਸੱਚੀ ਗੱਲ। ਬਸ ਇਹੋ ਜਿਹੀ ਛੁਰਲੀ ਛੱਡ ਦੇਣਗੇ ਵੀ ਲੱਗੇ ਰਹੋ ਕਈ ਸਾਲ ਤੁਸੀਂ ਆਪਸ 'ਚ ਹੋ। ਉਹ ਕਹਿੰਦੇ ਵਾਹ ਸਵਾਦ ਆ ਗਿਆ। ਕਿੰਨੀ ਐਨਰਜੀ, ਕਿੰਨਾ ਟਾਈਮ, ਕਿੰਨਾ ਵਕਤ ਬੰਦਾ ਵੇਸਟ ਕਰ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਇਹ ਜਿਹੜੀ ਵਡਿਆਈ ਗੁਰੂ ਦੀ ਮੈਂ ਕਹੀ, ਇਹ ਸਿੱਖ ਦੇ ਹਿਰਦੇ 'ਚ ਪ੍ਰਕਾਸ਼ਿਤ ਹੋਵੇਗੀ। ਗੁਰੂ ਜੀ ਨੇ ਕਿਹਾ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਜਿਹੜੀਆਂ ਗੁਰੂ ਦੀਆਂ ਵੱਡੀਆਂ ਵਡਿਆਈਆਂ ਸਨ, ਜਦੋਂ ਸਿੱਖ ਗੁਰੂ ਨੂੰ ਭਾ ਗਿਆ, ਗੁਰੂ ਦੀ ਵਡਿਆਈ ਸਿੱਖ ਵਿੱਚ ਪ੍ਰਵੇਸ਼ ਕਰ ਗਈ। ਪਹਿਲਾਂ ਸਿੱਖ ਪਾਇਆ, ਉਹਨਾਂ ਪੰਜਾਂ ਨੇ ਆਪਣਾ ਸੀਸ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਲੇ ਨੇ ਅੰਮ੍ਰਿਤ ਛਕਾਇਆ। ਜਦੋਂ ਸਿੱਖ ਭਾ ਗਿਆ, ਇਕੱਲਾ ਪੰਜਾਂ ਅੱਗੇ ਬਹਿ ਗਿਆ, ਪੰਜਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਛਕਾ ਦਿੱਤਾ। ਕੀ ਉਹ ਵਡਿਆਈ ਪ੍ਰਵੇਸ਼ ਨਹੀਂ ਕੀਤੀ? ਮਹਾਰਾਜ ਕਹਿੰਦੇ ਨੇ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸ਼ੁਰੂਆਤ ਮੈਂ ਕੀਤੀ ਹੈ ਪਿਆਰਿਓ, ਕਿਸੇ ਵੀ ਗੁਰੂ ਸਾਹਿਬ ਦੀ ਸਿਫਤ ਕਰੋ, ਇਸ ਪੌੜੀ ਨੂੰ ਸਾਹਮਣੇ ਰੱਖ ਕੇ ਚੱਲਿਓ ਕਿ ਗੁਰੂ ਦੀ ਵਡਿਆਈ ਮੇਰੀ ਬੁਰਾਈ ਨੂੰ ਖਤਮ ਕਰੇਗੀ। ਗੁਰੂ ਦੀ ਸਿਫਤ ਮੈਨੂੰ ਟੁੱਟੇ ਹੋਏ ਨੂੰ ਜੋੜੇਗੀ। ਗੁਰੂ ਦੀ ਸਿਫਤ ਮੈਨੂੰ ਸੱਚਮੁੱਚ ਅੰਦਰੋਂ ਫਿੱਕੇ ਨੂੰ ਰਸ ਨਾਲ ਭਰੇਗੀ। ਗੁਰੂ ਦੀ ਸਿਫਤ ਮੈਨੂੰ ਰੁਲਦੇ ਹੋਏ ਨੂੰ ਆਪਣੇ ਚਰਨਾਂ 'ਚ ਥਾਂ ਦੇਗੀ। ਕੱਲੀ ਥਾਂ ਹੀ ਨਹੀਂ, ਮੇਰਾ ਬਾਬਾ ਤਾਂ ਕਹਿੰਦਾ ਜਿਹਨੂੰ ਸਿਫਤ ਮਿਲ ਜਾਏ ਉਹਦੇ ਸਾਹਮਣੇ ਪਾਤਸ਼ਾਹ ਵੀ ਕੀ ਹੁੰਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਬਾਬਾ ਜੀ ਨੇ ਕਿਹਾ ਪਾਤਸ਼ਾਹਾਂ ਦਾ ਪਾਤਸ਼ਾਹ ਤੂੰ ਸੱਚਾ। ਸਾਹਿਬ ਜੀ ਦੇ ਅਸੀਂ ਸ਼ਬਦ ਪੜ੍ਹਦੇ ਹਾਂ, ਤੇਰੀ ਸਿਫਤ ਵੀ ਸੱਚੀ ਹੈ। ਮਹਾਰਾਜ ਜੀ ਨੇ ਕਿਹਾ ਪਰ ਜਿਨ ਕੀਤੀ ਸੋ ਪਾਰ ਪਿਆ। ਜਿਨੇ ਤੇਰੀ ਸਿਫਤ ਕੀਤੀ ਪਰਮਾਤਮਾ ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਬੇਨਤੀ ਹੈ ਸਭ ਤੋਂ ਪਹਿਲਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਨਾ ਹੈ, ਕਿਉਂਕਿ ਦੋ ਤਰ੍ਹਾਂ ਦੀਆਂ ਗੱਲਾਂ ਆਈਆਂ ਸਨ, ਸ਼ਬਦ ਦੀ ਵਿਚਾਰ ਵੀ, ਇਤਿਹਾਸ ਦੀ। ਮੈਂ ਯਤਨ ਕਰਾਂਗਾ ਰੋਜ਼ਾਨਾ ਸ਼ਬਦ ਤੇ ਗੁਰਬਾਣੀ, ਗੁਰਬਾਣੀ ਤੇ ਇਤਿਹਾਸ ਦਾ ਸੁਮੇਲ ਕਰਕੇ। ਸਾਨੂੰ ਪਤਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਉਸ ਅਸਥਾਨ ਦਾ ਨਾਮ ਗੁਰੂ ਕਾ ਮਹਿਲ ਹੈ, ਅੰਮ੍ਰਿਤਸਰ ਦੇ ਵਿੱਚ ਹੈ। ਮੇਰਾ ਖਿਆਲ ਕਾਫੀ ਸੱਜਣਾ ਨੇ ਉਸ ਥਾਨ ਦੇ ਦਰਸ਼ਨ ਨਹੀਂ ਕੀਤੇ ਹੋਣ। ਉੱਥੇ ਤਕਰੀਬਨ ਅੱਧੀ ਸਦੀ ਦੇ ਕਰੀਬ ਗੁਰੂ ਜੋਤ ਨੇ ਆਪਣਾ ਵਿਸ਼ਰਾਮ ਕੀਤਾ। ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਗੁਰੂ ਕੇ ਮਹਿਲ ਜੋ ਅੰਮ੍ਰਿਤਸਰ ਹੈ ਉੱਥੇ ਆਪਣਾ ਵਸੇਬਾ ਰੱਖਦੇ ਰਹੇ। 10 ਪਾਤਸ਼ਾਹੀਆਂ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਨ੍ਹਾਂ ਦਾ ਨਾਮ ਫਾਰਸੀ ਲਫ਼ਜ਼ਾਂ ਵਿੱਚੋਂ ਆਇਆ, ਹਿੰਦੀ ਸੰਸਕ੍ਰਿਤ ਵਿੱਚੋਂ ਨਹੀਂ। ਤੇਗ ਲਫ਼ਜ਼ ਵੀ ਫਾਰਸੀ ਦਾ ਹੈ ਤੇ ਬਹਾਦਰ ਲਫ਼ਜ਼ ਜਿਹੜਾ ਹੈ ਇਹ ਵੀ ਫਾਰਸੀ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਆਮਦ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁੰਦੀ। ਸਤਿਗੁਰੂ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਵੀ ਰੁਕਦੇ ਆ। ਸਤਿਗੁਰੂ ਬਾਬਾ ਬਕਾਲਾ ਸਾਹਿਬ ਵੀ ਟਿਕਦੇ ਆ। ਸਤਿਗੁਰੂ ਮਾਲਵੇ ਦਾ ਰਟਨ ਵੀ ਕਰਦੇ ਆ, ਬਾਂਗਰ ਦੇ ਇਲਾਕੇ 'ਚ ਵੀ ਜਾਂਦੇ ਆ। ਸਤਿਗੁਰੂ ਪੂਰਬ ਦਾ ਰਟਨ ਵੀ ਕਰਦੇ ਨੇ। ਪਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਭਾਈ ਮੱਖਣ ਸ਼ਾਹ ਲਬਾਣਾ ਗੁਰੂ ਲਾਦੋਰੇ ਦਾ ਹੋਕਾ ਦਿੰਦਾ ਹੈ। ਸਤਿਗੁਰੂ ਪ੍ਰਗਟ ਹੁੰਦੇ ਆ, ਗੋਲੀ ਚੱਲਦੀ ਉਸ ਦਿਨ।
ਆਪ ਨੂੰ ਪਤਾ ਹੋਣਾ ਕਿ ਧੀਰਮਲ ਦੇ ਇਸ਼ਾਰੇ ਤੇ ਸ਼ੀਏ ਮਸੰਦ ਨੇ ਗੋਲੀ ਚਲਾਈ। ਸਤਿਗੁਰੂ ਇਸ ਤੋਂ ਬਾਅਦ ਵੱਲੇ ਪਿੰਡ ਜਾਂਦੇ ਆ ਜੀ, ਮਾਝੇ ਦਾ ਪਿੰਡ। ਕੀਰਤਪੁਰ ਸਾਹਿਬ ਪਹੁੰਚਦੇ ਆ ਤੇ ਇੱਥੋਂ ਪਤਾ ਲੱਗਦਾ ਹੈ ਕਿ ਰਾਜਾ ਜੀਤ ਦੀਪ ਚੰਦ ਦੀ ਮੌਤ ਹੋ ਗਈ ਹੈ, ਬਿਲਾਸਪੁਰੀਏ ਦੀ। ਉਸ ਦੀ ਰਾਣੀ ਦਾ ਨਾਮ ਹੈ ਚੰਪਾ। ਉਹ ਰਾਣੀ ਚੰਪਾ ਆਪਣੇ ਇੱਕ ਅਹਿਲਕਾਰ ਨੂੰ ਭੇਜ। ਦੀਪ ਚੰਦ ਕੌਣ ਹੈ? ਦੀਪ ਚੰਦ ਅਸਲ 'ਚ ਰਾਜਾ ਤਾਰਾ ਚੰਦ ਦਾ ਬੇਟਾ ਹੈ। ਰਾਜਾ ਤਾਰਾ ਚੰਦ ਉਹ ਪਹਾੜੀਆ ਰਾਜਾ ਹੈ ਕਿ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ 52 ਰਾਜੇ ਕੈਦ ਤੋਂ ਮੁਕਤ ਕਰਾਏ ਤੇ ਇਹ ਵੀ ਗੁਰਦੇਵ ਦੀ ਚੋਲੇ ਦੀ ਉਸ ਲੜੀ ਨੂੰ ਪਕੜ ਕੇ, ਕਲੀ ਨੂੰ ਪਕੜ ਕੇ ਬਾਹਰ ਨਿਕਲਿਆ ਸੀ। ਰਾਣੀ ਚੰਪਾ ਦੀ ਆਸਥਾ ਹੈ ਗੁਰੂ ਘਰ ਵਿੱਚ ਬਹੁਤ। ਮਈ ਦੇ ਅਪ੍ਰੈਲ ਦੇ ਅਖੀਰ ਵਿੱਚ ਰਾਜਾ ਦੀਪ ਚੰਦ ਦੀ ਮੌਤ ਹੁੰਦੀ ਹੈ ਤੇ ਰਾਣੀ ਚਾਹੁੰਦੀ ਹੈ ਕਿ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੋਤ ਦੇ ਵਾਰਿਸ ਨੇ, ਉਹ ਰਾਜੇ ਦੀਪ ਚੰਦ ਦੀ ਅੰਤਮ ਅਰਦਾਸ ਤੇ ਜ਼ਰੂਰ ਪਹੁੰਚਣ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਆ। ਮਈ ਦੀ 12 ਤਰੀਕ ਨੂੰ, 12 ਮਈ 1665 ਨੂੰ ਅਸੀਂ ਦੇਖਨੇ ਆ ਕਿ ਇਸ ਦੀ ਅਰਦਾਸ ਹੁੰਦੀ। ਅਪ੍ਰੈਲ ਦੇ ਅਖੀਰ 'ਚ ਦੀ ਡੈਥ ਹੁੰਦੀ ਰਾਜਾ ਦੀਪ ਚੰਦ ਦੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜਾ ਸਨਮਾਨ ਦਿੱਤਾ ਰਾਣੀ ਚੰਪਾ ਨੇ। ਉਹਨੇ ਨਾਲ ਇੱਕ ਬੇਨਤੀ ਕੀਤੀ, ਮਹਾਰਾਜ ਇੱਕ ਕਿਰਪਾ ਕਰੋ, ਤੁਸੀਂ ਮਾਝੇ ਦੀ ਧਰਤੀ ਵਿੱਚ ਵੀ ਬਖਸ਼ਾਂ ਕੀਤੀਆਂ, ਮਾਲਵੇ ਦੀ ਧਰਤੀ ਵਿੱਚ ਵੀ ਰਹਿਮਤ ਕੀਤੀ, ਕੀਰਤਪੁਰ ਸਾਹਿਬ ਤੁਹਾਡਾ ਹੀ ਅਸਥਾਨ ਹੈ। ਜੇ ਤੁਹਾਡੇ ਮਨ 'ਚ ਹੈ ਕੋਈ ਅਸਥਾਨ ਸ਼ਹਿਰ ਆਬਾਦ ਕਰਨ ਦਾ ਫੁਰਨਾ ਤੇ ਤੁਸੀਂ ਮੇਰੀ ਇਸ ਰਿਆਸਤ ਨੂੰ ਭਾਗ ਲਾਓ। ਮਹਾਰਾਜ ਜੀ ਨੇ ਕਿਹਾ ਹਾਂ, ਅਸੀਂ ਵਸਾਣਾ ਜ਼ਰੂਰ ਹੈ ਸ਼ਹਿਰ। ਉਹਨੇ ਕਿਹਾ ਮੈਂ ਜ਼ਮੀਨ ਭੇਟਾ ਕਰਾਂਗੀ। ਹਜ਼ੂਰ ਨੇ ਕਿਹਾ ਅਸੀਂ ਭੇਟਾ ਦੀ ਜ਼ਮੀਨ 'ਚ ਸ਼ਹਿਰ ਨਹੀਂ ਵਸਾਣਾ, ਜੇ ਜ਼ਮੀਨ ਸਾਨੂੰ ਮੁੱਲ ਦੇ ਦਿਓ ਅਸੀਂ ਖਰੀਦ ਕੇ ਜ਼ਮੀਨ ਸ਼ਹਿਰ ਵਸਾਵਾਂਗੇ। ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਕਿਸੇ ਰਾਜੇ ਦੀ ਭੇਟਾ ਦਿੱਤੀ ਹੋਈ ਧਰਤੀ ਨਹੀਂ, ਇਹ ਦਾਨ ਦੀ ਜ਼ਮੀਨ ਨਹੀਂ। ਖਾਲਸੇ ਦੀ ਜਿਹੜੀ ਵਾਸੀ ਹੈ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ, ਇਹ ਸੱਚ ਇਹ ਵੇ ਕਿ ਰਾਜਾ ਦੀਪ ਚੰਦ ਤੋਂ ਹਜ਼ੂਰ ਨੇ ਹਜ਼ਾਰਾਂ ਰੁਪਏ ਦੀ ਰਾਣੀ ਤੋਂ ਖਰੀਦੀ। ਇਸ ਧਰਤੀ ਦੀ ਮੋੜੀ ਜਿਹੜੀ ਹੈ ਅਸਲ 'ਚ ਜੂਨ ਦੀ 19 ਤਰੀਕ 1665 ਨੂੰ ਸਤਿਗੁਰੂ ਨੇ ਬਾਬਾ ਬੁੱਢਾ ਸਾਹਿਬ ਦੇ ਪੋਤੇ, ਰਮਦਾਸ ਤੋਂ ਆਏ ਬਾਬਾ ਬੁੱਢਾ ਸਾਹਿਬ ਦੇ ਪੋਤੇ, ਜਿਨ੍ਹਾਂ ਨੂੰ ਅਸੀਂ ਬਾਬਾ ਗੁਰਦਿੱਤਾ ਜੀ ਕਹਿੰਦੇ। ਇੱਕ ਤਾਂ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਇਹ ਬਾਬਾ ਬੁੱਢਾ ਸਾਹਿਬ ਦੇ ਪੋਤੇ ਨੇ। ਆਪ ਸਭ ਨੂੰ ਪਤਾ ਹੋਵੇ ਕਿ ਗੁਰੂ ਅੰਗਦ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਜੋਤ ਦੀ ਗੁਰਿਆਈ ਦੀ ਮਰਿਆਦਾ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਸੰਤਾਨ ਹੀ ਨਿਭਾਉਂਦੀ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦਾ ਤਿਲਕ ਸਨਮਾਨਯੋਗ ਬਾਬਾ ਰਾਮ ਕੋਇਰ ਜੀ ਨੇ ਦਿੱਤਾ ਸੀ। ਬਾਬਾ ਗੁਰਦਿੱਤਾ ਜੀ ਤੋਂ ਇਸ ਸ਼ਹਿਰ ਦੀ ਮੋੜੀ ਰਖਾਈ ਗਈ। ਇਸ ਦਾ ਨਾਮ ਚੱਕ ਨਾਨਕੀ ਰੱਖਿਆ। ਇਹਦਾ ਮਤਲਬ ਕਿ 1665 ਵਿੱਚ ਚੱਕ ਨਾਨਕੀ ਦੀ ਮੋੜੀ ਗੱਡ ਕੇ ਉਹ ਸਾਰੀ ਸ਼ੁਰੂ ਕਰਵਾ ਕੇ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਨੂੰ ਚਲੇ ਗਏ। ਆਵਾਂਗਾ ਮੈਂ ਗੁਰੂ ਗੋਬਿੰਦ ਸਿੰਘ ਜੀ ਤੇ ਸਾਕਿਆਂ ਦੇ ਬਾਰੇ ਹੀ, ਪਰ ਮੇਰੀ ਇੱਛਾ ਸੀ ਵੀ ਘੱਟੋ ਘੱਟ ਇਹਨੂੰ ਮਹਿਸੂਸ ਤਾਂ ਕਰੀਏ ਕਿ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਕਿੰਨਾ ਸਮਾਂ ਇਕੱਠੇ ਰਹੇ, ਪਿਤਾ ਤੇ ਪੁੱਤਰ ਕਿੰਨਾ ਸਮਾਂ ਰਹੇ ਨੇ। ਸਤਿਗੁਰੂ ਪਟਨਾ ਸਾਹਿਬ ਜਾਂਦੇ ਆ, ਪਰਿਵਾਰ ਉੱਥੇ ਟਿਕਿਆ ਤੇ ਪਟਨਾ ਸਾਹਿਬ ਦਾ ਤੁਹਾਨੂੰ ਸਭ ਨੂੰ ਪਤਾ ਹੈ, ਉਸ ਤਖਤ ਦਾ ਨਾਮ ਹੈ ਸ਼੍ਰੀ ਹਰਮੰਦਰ ਜੀ ਤਖਤ ਸ੍ਰੀ ਪਟਨਾ ਸਾਹਿਬ। ਉੱਥੇ ਸ਼੍ਰੀ ਹਰਮੰਦਰ ਸਾਹਿਬ, ਸਾਹਿਬ ਲਫ਼ਜ਼ ਹਰਮੰਦਰ ਨਾਲ ਨਹੀਂ ਵਰਤਦੇ। ਹਰਮੰਦਰ ਸਾਹਿਬ ਸ਼ਬਦ ਵਰਤੋਗੇ ਤੇ ਅੰਮ੍ਰਿਤਸਰ ਯਾਦ ਆ ਜਾਏਗਾ। ਉਹਦਾ ਨਾਮ ਹੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ। ਹਜ਼ੂਰ ਨੇ ਉਸ ਹਵੇਲੀ 'ਚ ਆਪਣੇ ਪਰਿਵਾਰ ਨੂੰ ਠਹਿਰਾਇਆ ਜਿੱਥੇ ਕਦੀ ਸਾਲਸਰਾਏ ਨੇ ਕਿਹਾ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਚਰਨ ਪਾਓ। ਸਤਿਗੁਰੂ ਪੂਰਬ ਨੂੰ ਚਲੇ ਗਏ। ਮਹਾਰਾਜ ਜਿਸ ਦਿਨ ਢਾਕੇ ਪਹੁੰਚੇ ਆ ਉੱਥੇ ਹਜ਼ੂਰ ਦਾ ਵਸੇਬਾ ਹੈ ਤੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ ਹੈ। ਸਨ 1666 22 ਦਸੰਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਇੱਥੇ ਸਾਡੇ ਇੱਕ ਬੜੇ ਭਾਵਨਾ ਵਾਲੇ ਵਿਦਵਾਨ ਲਿਖਦੇ ਨੇ
कि जिस रात गुरु गोबिंद सिंह महाराज जी की आमद हुई, गुरु तेग बहादुर सारी रात चौंकड़े विच, इनू गप ना कोई समझियो, पढ़ियो किते कलगीधर चमत्कार भाई वीर सिंह जी, सारी रात उस परमेश्वर की याद विच अमृत वेले हजूर मुस्कराए। सेवकां ने पूछा, महाराज अज मुस्कराहट चेहरे ते इन्ना नूर? कह लगे, गुरु नानक दा 10वां जामा धरती ते आ गया दुष्टां दियां जड़ां पट्टण वास्ते। साहिब श्री गुरु तेग बहादुर साहब एक हुक्मनामा लिखते हैं। वो हुक्मनामा पुत्र के जन्म तो बाद का पहला हुक्मनामा है, गोबिंद दास जी के जन्म की बधाई हो। यह हुक्मनामा पटना साहिब है। सतगुरु गुरु तेग बहादुर महाराज जी की उम्र तकरीबन 45 साल के करीब, मैं कल भी अर्ज की ते गुरु साहब के महल सन्मानयोग माता गुजरी जी की उम्र तकरीबन 43 साल की, जिदन घर पुत्र ने जन्म लिया है। विवाह तो शादी तो तकरीबन 3 दहाके बाद, 30 साल बाद विवाह तो धन गुरु गोबिंद सिंह महाराज जी का आगमन हुंदा है। उहदा कारण हजूर अपनी रचना च कहंदे कि तात मात मुर अलख अराधा, बहुविध जोग साधना साधा, तिंजो करी अलाह की सेवा, तांते भय प्रसन्न गुरदेवा, तिन प्रभ जब आई समोय दिया, तब हम जन्म कलू में लिया। मेरी बेनती है कि गुरु गोबिंद राय जी का पहला साल निकलता है, दूजा निकलता है, तीजा निकलता है, चौथे साल विच उम्र जदों 4 सालों की हुई, दादी ते मां नूं पुछदे ने कि पिता गुरुदेव सानू दर्शन नहीं देणगे। महाराज गुरु तेग बहादुर साहब वापस नहीं आए। मैं एक बेनती करांगा, असल च गुरु तेग बहादुर साहब दे परिवार दे एक एक जी दी सिख जगत कदी भी कर्ज नहीं उतार सकेगा। तुसीं दसो, आपां गृहस्थी हाँ, एक गृहस्थी दे घर 30-32 साल बाद संतान पैदा होवे, वो वेट करेगा 5 साल दी? वो सब कुछ छड़ के पहुंचेगा। गुरु तेग बहादुर साहब का त्याग एवें लफ्ज नहीं। 4 साल की उम्र बतीत हुई, 5वां साल चढ़िया ते बिरहा विच आके कहते हैं पिता जी दे दीदार। 5 साल के करीब होए, वैसे प्रोफैसर साहिब सिंह ने 3.5 साल लिखे। 5 साल के करीब गुरु गोबिंद राय जी हुंदे ने ते गुरु तेग बहादुर पटना साहिब उनके घर नहीं आउंदे सीधा। आप जिन्ना संगतां ने दर्शन किए ने, पटना साहिब तो बाहर वारी के गुरुद्वारा है गुरु का बाग, वो बाग नवाब रहीम बख्श ते करीम बख्श दा सी। सतगुरु उस बाग विच आ बैठे। उथों की परंपरा तवारी कहती है भी ये सुक्का होया बाग हरा हो गया। हुण कईयां दे मन च आ जाना भी लकड़ हरी हो गई। वो प्यारिओ, गुरु ग्रंथ साहिब च एक बोल जे कहते ने, जे डिग्गी कोई टाणी सुक्की कई सालां दी पई होवे ते गुरु गड्डे वो खरी हो जाती है। प्यारिओ, गुरु तां करोड़ा जन्मां दे सुक्के मन हरे कर दिंदा, लकड़ दी हस्ती उहदे सामने की है। एक गुरु ग्रंथ साहिब च तुक आउंदी है, गुर वण तिण खरिया कीतिया नानक क्या मनुख। मेरे माधो जी सत संगत मिले सो तरिया, गुर प्रसाद परम पद पाया, सूके काष्ट खरिया। वो बाग हरा होया। परिवार लैके गोबिंद राय जी की 5 साल की उम्र पिता गुरुदेव नूं मिले। सतगुरु के चरणों च पुत्र ने नमस्कार की। गुरु तेग बहादुर साहब ने अपने पुत्र नूं पहली बार उदों अपनी गलवकड़ी च लाया जदों पुत्र की उम्र 5 साल की सी। यह मतलब 5 साल पिता जी का मिलाप नहीं। गुरु तेग बहादुर साहब कोई समा पटना साहब रुकते हैं। देश की सियासत करवट लै रही है। सतगुरु पटना साहब तो इकल्ले पंजाब की धरती नूं आ रहे हैं, क्योंकि शहर की उसारी हो रही है चक नानकी। पटना साहब तो तुरदे शब्द कहते आ कि असी पंजाब पहुँच के तुहानूं पत्रका भेजांगे, सुनेहा भेजांगे, तुसी साडे सुनेहे दी इंतजार करो। कुछ महीने सिर पुत्र कोल कह, महीने कि दिन ही बनते
ਇੱਥੇ ਫਿਰ ਸਤਿਗੁਰੂ ਚੱਕ ਨਾਨਕੀ ਆਉਂਦੇ ਆ। ਇਸ ਸ਼ਹਿਰ ਦੀ ਉਸਾਰੀ ਅਸਲ 'ਚ ਜਿਹੜਾ ਸ਼ਹਿਰ ਹੈ, ਜਿਹੜਾ ਗੁਰੂ ਸਾਹਿਬ ਨੇ ਉਸਾਰਿਆ, ਜਿਹਨੂੰ ਆਨੰਦਪੁਰ ਸਾਹਿਬ ਆਪਾਂ ਗੁਰਦੁਆਰਾ ਭੋਰਾ ਸਾਹਿਬ ਕਹਿੰਦੇ ਆ, ਗੁਰਦੇਵ ਨੇ ਸਿਰਫ ਉਹੀ ਬਣਾਇਆ ਸੀ, ਗੁਰੂ ਤੇਗ ਬਹਾਦਰ ਜੀ ਨੇ। ਅਜੇ ਵੀ ਉਹ ਪਰਿਵਾਰ ਉੱਥੇ ਮੌਜੂਦ ਹੈ ਆਨੰਦਪੁਰ ਸਾਹਿਬ, ਜਿਨ੍ਹਾਂ ਦੇ ਪੂਰਵਜ ਨੂੰ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡਣ ਲੱਗਿਆਂ ਸੀਸ ਗੰਜ ਦੀ ਸੇਵਾ ਦੇ ਕੇ ਗਏ ਸਨ, ਜਿਹਨੂੰ ਅਸੀਂ ਭਾਈ ਗੁਰਬਖਸ਼ ਉਦਾਸੀ ਕਹਿੰਦੇ। ਉਹਦੀ ਫੈਮਿਲੀ, ਉਸ ਪਰਿਵਾਰ ਵਿੱਚੋਂ ਇੱਕ ਬੀਬੀ ਉੱਥੋਂ ਦੀ ਜਿਹੜੀ ਕਾਰਪੋਰੇਸ਼ਨ ਉਹਦੀ ਮੈਂਬਰ ਵੀ, ਉਹਨਾਂ ਮੈਨੂੰ ਦਿਖਾਇਆ ਗਲੀ ਦੇ ਵਿੱਚ ਇੱਕ ਪੁਰਾਣੀਆਂ ਇੱਟਾਂ ਦੀ ਡਿਉੜੀ ਬਣੀ, ਮੈਨੂੰ ਦਿਖਾਉਣ ਲਈ ਲੈ ਗਏ। ਉਹ ਕਹਿੰਦੇ ਨੇ ਭਾਈ ਸਾਹਿਬ ਇਹ ਉਹ ਡਿਉੜੀ ਹੈ ਜਿਹਨੂੰ ਗੁਰੂ ਤੇਗ ਬਹਾਦਰ ਨੇ ਆਪਣੇ ਹੱਥੀਂ ਬਣਵਾਇਆ ਸੀ। ਉਹਨਾਂ ਢਾਣ ਨਹੀਂ ਦਿੱਤੀ, ਕਿਉਂਕਿ ਆਪਾਂ ਛੱਡਿਆ ਕੁਛ ਨਹੀਂ। ਜਿੱਥੇ ਗੁਰੂ ਦੇ ਪੁੱਤਰ 3 ਰਾਤਾਂ ਬੈਠੇ, ਸਾਡੇ ਕੋਲ ਪੈਸਾ ਇੰਨਾ ਹੋ ਗਿਆ, ਅਸੀਂ ਇੱਟਾਂ ਚੁੱਕ ਕੇ ਬਾਹਰ ਸੱਟ ਆਏ ਜਿੱਥੇ ਮਾਤ ਗੁਜਰੀ ਚੌਂਕੜੀ ਮਾਰ ਕੇ ਬੈਠੀ ਸੀ। ਜਿਸ ਕੱਚੀ ਗੜੀ 'ਚ ਸਵੇਰੇ ਦੁਨੀਆ ਦੀ ਸਭ ਤੋਂ ਅਦੁੱਤੀ ਜੰਗ ਲੜੀ ਗਈ, ਉਸ ਰਾਤ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨਾ ਕੁ ਪੰਥ ਨੂੰ ਤੇਜ ਦਿੱਤਾ। ਸਾਡੇ ਕੋਲ ਪੈਸੇ ਆਏ, ਅਸੀਂ ਉਹ ਮਿੱਟੀ ਨੂੰ ਵੀ ਢਾਹ ਕੇ ਬਾਹਰ ਸੱਟ ਦਿੱਤਾ। ਉਸ ਮਿੱਟੀ ਦਾ ਮੁਕਾਬਲਾ ਸਾਰੀ ਦੁਨੀਆ ਦੇ ਰਤਨ ਇਕੱਠੇ ਕਰ ਲਓ ਤਾਂ ਵੀ ਨਹੀਂ ਪਾਇਆ ਜਾ ਸਕਦਾ। ਤੇ ਇਹਨੂੰ ਮਨਮਤ 'ਚ ਨਾ ਲਿਜਾਣਾ। ਜਿੱਥੇ ਗੁਰੂ ਬੈਠ ਗਿਆ, ਗੁਰੂ ਤੇਗ ਬਹਾਦਰ ਮਹਾਰਾਜ ਚੱਕ ਨਾਨਕੀ ਆਏ, ਇੱਥੇ ਉਸਾਰੀ ਸ਼ੁਰੂ ਕਰਾਈ। ਬੇਨਤੀ ਕਰਾਂ, ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਨੂੰ ਫਿਰ ਪੱਤਰਕਾ ਪਰਿਵਾਰ ਨੂੰ ਗਈ। 1 ਸਾਲ ਪੂਰਾ ਲੱਗਾ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਉਂਦੇ ਆ। ਮਹਾਰਾਜ ਜੀ ਨੇ ਆਪਣੀ ਪਵਿੱਤਰ ਰਚਨਾ 'ਚ ਇਹਦਾ ਜ਼ਿਕਰ ਕੀਤਾ। ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ। ਸਾਨੂੰ ਪੰਜਾਬ ਦੀ ਧਰਤੀ ਤੇ ਪਿਤਾ ਜੀ ਨੇ ਲੈ ਆਂਦਾ, ਕਈ ਤਰ੍ਹਾਂ ਦੇ ਸਾਨੂੰ ਦੁਲਾਰ ਦਿੱਤੇ, ਲਾਡ ਦਿੱਤੇ। ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ। ਕੀਨੀ ਅਨਕ ਭਾਂਤ ਰੱਛਾ, दीनी भांत भांत की शिक्षा। महाराज कहते जब हम कर्म धर्मो आए, देवलोक ता पिता सिधाए। सानू पढ़ाया भी, साडी रक्षा भी की, पर जदों असीं कर्म धर्म सांभण जोगे होए, साडे पिता जी प्रभु दे दर ते पियाना कर गए। मैं एक बेनती जिहड़ी करनी चाहना, 5 साल की उम्र च पिता मिले ने, 1 साल रस्ते च लगा है, 6 साल लंघ गए, 9 साल दे गुरु गोबिंद राय जी कुंदे ने ते पिता 11 नवंबर 1675 नूं शहीद हुंदे ने। गुरसिखो गिनती करके देखो, उस पिता ने ते अपने पिता दी गोद 3 कुछ साल दे करीब मानी है। इस तो ज़्यादा वक्त नहीं बनता। 3 सवा 3 साल बस। हजूर आनंदपुर साहब आए, परिवार सारा कीरतपुर साहब आया। वो सारिया थावां ने जी। महाराज लखनौर काफ़ी समा रुके, कभी जाओ जरूर लखनौर। एक मंजा है जी, जिवें आ फोल्डिंग नहीं होंदे, वो लकड़ दा सूतर नाल बुनिया माता गुजरी जी का, लकड़ दियां परातां ने। उत्थे एक खूह है। क्यों ये गल्लां आम तौर पर असीं सुणांदे नहीं, क्योंकि असीं ज्ञानवान चोखे हैं। सानूं इंज पता लग जाता जिथे कह दिता माता जी का पानी मिठा खूह है उहदा नहीं। प्यारिओ गुरु घर की इस रहमत नूं लुकाओ ना। उत्थे खूह है माता गुजरी जी का। कुछ महीने रहे माता जी लखनऊ, उत्थे तार है। असी एक नाम सुनने माता गुजरी जी दे भराता मामा कृपाल चंद। चेते रखियो, एक भरा नहीं 2 सन। वड्डे दा नाम भाई मेहर चंद सी, छोटे कृपाल चंद सन। बाबा मेहर चंद जी दे कोल माता गुजरी जी अपने परिवार, पिछला परिवार इन्हां दा लखनऊ ही है, करतारपुर आके वसेबा कीता सी। इत्थे फिर सतगुरु कुछ महीने रहे। जदों कीरतपुर साहिब तो ਚੱਕ ਨਾਨਕੀ गए, गुरु तेग बहादुर साहब अपने परिवार नूं, बच्चे नूं, सिख संगतां ਚੱਕ नानकी दियां कहन लगियां महाराज साहिबजादा जी दे दर्शन करने ने पहली बारी संगतां ने पंजाब दियां ने। ते सतगुरु लैण गए। गुरु गोबिंद राय जी ने पिता जी नूं दूरों आउंदियां देख के अपनी रसना तो ये शब्द पढ़िया, तुक पढ़ी, आनंद भया मेरी माए, सतगुरु मैं पाया। सतगुरु ने ਚੱਕ नानकी का नाम श्री आनंदपुर साहिब रख दिता। जो तवारी कहती
आनंद भया मेरी माए सत गुरु मैं पाया। गुरु तेग बहादुर साहब महाराज मई के महीने 1675 ਨੂੰ शहादत नवंबर च हुंदी। कश्मीर तो पंडित आके फरियाद करते ब्राह्मण, इन्हां दी अगवाई करने वाला पंडित कृपा राम दत्त है, मटन निवासी। कश्मीर कोई सज्जन गए होण, मटन साहब दर्शन किए होण, वो स्थान है जिथे गुरु नानक साहब ने ब्रह्मदास नाल गोष्ठ की। ते ये मन्निया जाता है जिहड़ा श्लोक आसा की वार विच पढ़ पढ़ गड्डी लदियां पढ़ पढ़ भरियां साथ, ये मटन की धरती ते उचारण किया गया। पर एक दुखांत है, वो दुखांत मैं तां वरतिया, मैं गया उस गुरुद्वारे, गुरुद्वारा साहब सिर्फ थोड़ा जिहा लंबेरी थां ते बने, पानी का चश्मा है। जिथे मेन चश्मा पानी का अगे सरोवर बनया, उहदे विचकार शिवलिंग मंदिर है। जदों डोगरिया ने कश्मीर खरीद लिया, कश्मीर इन्हां नूं मिल गया, इत्थे 7 गुरुद्वारे सन। उस सरोवर के कंढे हरी सिंह नलवे ने बनाए। दास उत्थे भी गया जिथों झेलम दरिया निकलता है। मेरी इच्छा सी भी क्योंकि गुरु हरगोबिंद साहब के चरण पे वो उस झेलम दरिया दे जिथों निकलता है, हज़ारां लीटर पानी एक सेकंड च आउंदा है, आधा ठंडा। उत्थे जिहड़ा गाइड सी साडे नाल, वो मुसलमान सी, उन्हें एक एक चीज़ दिखाई। एक रुख बड़ा उच्चा सी, मेरा शायद हुण कट दिता गया, कहंदा है सरदार जी ये दसांगा ते तू दुखी होवेगा। मेरे मन च है पता नहीं क्यों, कहंदा है दुख ये रुख हरी सिंह नलवे दे हत्थां दा लगा है जदों कश्मीर दा गवर्नर सी। ये सिख राज दा हिस्सा सी, सानूं सब नूं पता है। उस सरदार ने मटन की धरती ते 7 छोटे छोटे गुरुद्वारे ते 7 गुरु ग्रंथ साहब के प्रकाश किए। इन्हां चलाकी खेडी भी गुरुद्वारे इमारत खदसा हो गई है, इनू ढा के द्वारा बना देने, एक बारी ढा दित्तियां, परत के मंदिर बना दिते। थोड़ी जी थां सिख सैशन कोर्ट चो जित गए, हाई कोर्ट चो जित गए, सुप्रीम कोर्ट चो हार गए, किसी ने उसका जिक्र भी नहीं किया। पर अजे भी वो जिन्ने को है वो लड़ रहे हैं वो केस। मैं बेनती करांगा मटन निवासी कृपा राम दत्त ये पंडितां दा आगू बन के आनंदपुर साहिब की धरती ते आया। मैं तां ये गल शुरू की है, ये नहीं भी साके असी गुरु गोबिंद सिंह दे कहने सन, पर मेरी बेनती है गुरु गोबिंद सिंह ने जिंदगी च की कुछ हंडाया है। इस करके जिदन 9 साल की उम्र सी, उदन पुत्र ने पिता का सीस अपने हत्थां च रखिया। जिदन 9 साल का यदा पुत्र होया, उदन वो नीआं विच चुनिया गया। बस आई मैं अर्ज करनी चाहना। असल च सतगुरु गुरु गोबिंद राय महाराज, वो साडे कोल गुरुद्वारा दमदमा साहिब अजे भी, आनंदपुर साहिब जिथे इन्हां ने फरियाद की। भाई कृपा राम दत्त मटन निवासी, उन्हां बारे कहा जाता है कि अमृत की दात लैके चमकौर की गढ़ी विच शहीद होया सी, सिंह सजिया। इन्हां फिर गुरु तेग बहादुर के चरणों च फरियाद की। वो फरियाद दे लफज सन कि गज के बंधन काटन खारे, तुम गुरु नानक हो अवतारे। पुरानी घटना जिहड़ी हाथी वाली असीं पढ़ने, वो पंडित कहंदे ने सानू नहीं पता हाथी दी किन्ने बंधन कट्टे, सानू यही पता है गुरु नानक दा घर ही बंधन कट्टन वाला है। गज के बंधन काटन खारे, तुम गुरु नानक हो अवतारे। जिम द्रौपदी राखी लाज, द्रौपदी दे उत्ते पर्दा पाया, ओदा नगेज टकिया गया। अज हिंदू धर्म का नगेज उभरिया, कृपा करो इहदे ते पर्दा पा दिओ। पर फर्क इन्ना जे द्रौपदी दे नगेज उत्ते सिर्फ कपड़ा पा के नगेज टकिया, गुरु तेग बहादुर ने अपने शरीर की चादर बना के हिंदू धर्म नूं ढक दिता। वो केवल, पर मैं इत्थे एक बेनती करांगा कि गुरु की शहादत नूं एक 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 कम्यूनिटी नाल मत जोड़ो प्लीज। जे एक कम्यूनिटी नाल जोड़ोगे तो गुरु की बेअंता ते सवालिया निशान उठेगा। सच एवे कि गुरु इन्हां को विराट कहे, इसे करके असी धर्म हिंद की चादर सारे वरतने आ, पर सेनापत ने गुरु के कवि ने धर्म की चादर शब्द वरत्या कि कोई भी आके फरियाद करदा गुरु नानक दा घर हर एक दी बांह पकड़दा है। इनू धड़े च ना बन के देखी,
हजूर के दर ते उन्हें क्या, गज के बंधन काटन खारे, तुम गुरु नानक हो अवतारे। जिम द्रौपदी राखी लाज, दए सवार सुदामे काज। अगला शब्द क्या सी, दुखी विपर चल आए पूरी आनंद, बां असाडी पकड़िए खार गोबिंद के नंद। हे गुरु खार गोबिंद साहब दे पुत्र गुरु तेग बहादुर साडी बां पकड़दा। इत्थे फिर जड़ियां तुकां अक्सर सुणाउंदे आ जी, वो असल च एक भट्ट होया केशव। ये गुरु तेग बहादुर साहब दे, चलो उन्हें वो भट्ट ने अपनी रचना की, चलो भट्ट का मैं जिक्र कर दिता। वो भट्ट केशव दे बोल सन, चित चरण कमल का आसरा, चित चरण कमल संग जोड़िए, मन लोचै बुराइयां गुर शब्दी, ए मन होड़िए, बाह जिन्हां दी पकड़िए, सिर दीजै बाह ना छोड़िए। फिर बेनती सुनियो, बाह जिन्हां दी पकड़िए, सिर दीजै बाह ना छोड़िए। तेग बहादुर बोलिया, धर पईए धर्म ना छोड़िए, मर जाओ पर धर्म ना छड्डियो। पर इत्थे एक गल मैनू जदों बाह पकड़न दी आई जी, है वैसे इस प्रकरण नाल संबंध नहीं। असी एक गल सारे प्रचारक कहने जी, नितनेम गुरु नानक साहब की उंगल है, घुट के पकड़ो ही कहते हैं ना, महाराज दे उंगल पकड़ाई। मैं बेनती करांगा, साडी पकड़ च ताकत नहीं, असी पकड़ सकीए। उंगल पकड़ी होवे, कई बारी धक्का भीड़ का ज्यादा लगे तो न्याणे दे छोटियां उंगलों की पकड़ बिल्कुल निकल जाती है। असी उंगली की पकड़ांगे, साडे च की समर्थ है। भीड़ का धक्का लगे तो न्याणे दी हथ चो उंगल निकल जाती, ओदियां उंगलां छोटियां ने, पकड़ करनी नहीं। सानू थोड़ा जिहा माया का झटका लगे, चेते रखियो उंगलां साडियां भी पोलियां निकल जांदियां, छुट जांदियां। किन्ना चंगा होवे, उंगल पकड़न की थां गुरु नूं बांह क्यों ना पकड़ा देंगे। उंगल छुट जाएगी, साडे हत्थां दी कमजोरी है, पर बांह कोई नहीं छुटनी, क्योंकि बांह पकड़न वाला वो आप है। गुरु ग्रंथ साहिब च शब्द सहज पाठ करदे आया कि अगन सागर बूढ़ संसारा, नानक बांह पकड़ उंगल पकड़नी क्या, बांह पकड़ सतगुर निस्तारा। बांह पकड़ ठाकुर हो कि दी मेरा गुण अवगुण ना विचारिया। बाप बीठला बांह दे, इहदा मतलब तू अपनी बांह नाल साडे हत्थ नूं घुट के पकड़दा। महाराज ने क्या, बांह जिन्हां दी पकड़िए, सिर दीजै बांह ना छोड़िए। तेग बहादुर बोलिया, धर पईए धर्म ना छोड़िए। 9 साल की उम्र है गुरु गोबिंद राय जी की। चलो आप सारे पढ़ देखो, उन्होंने इको गल कही, पिता जी तुहाडे तो बिना कोई नहीं नूं बचा सकता। तो इत्थे मैं तुहानूं बेनती कर दियां, गुरमुख प्यारे बैठे, मानवी हक्कां की गल चलती है, चाहिदा भी ये असी जदों कोई गल मानवी हक्कां की ते सिख लई सिखां लई चले, अपनी जिहड़ी अंदर दी को छड्ड के ना यतन करिए एक सुरता का। मानवी हक्कां दे पहले रखवाले गुरु तेग बहादुर सच्चे पातशाह महाराज, ह्यूमन राइट, उन्होंने कोई संबंध नहीं तिलक जंजू नाल। ये मैं आने वाले दिनों च इसकी व्याख्या करनी चाहना। तिलक जंजू राखा प्रभ, देखो ता का लफ्ज जेड़ा ये बड़ा गहरा जे तिलक जंजू गुरु तेग बहादुर की निशानी हुंदी ते उत्ते आप का कहिंदे, ताका दा अर्थ है उन्हां दा। इहदा मतलब कि जिदा उन्हां जिन्हां ते भरोसा नहीं, गुरु तेग बहादुर उन्हां दा तिलक बचाया, ना कि अपना। मेरी गल समझ गए ना, ताका दा अर्थ है उन्हां दा। ये शब्द बड़ा गहरा गुरु गोबिंद सिंह महाराज जी का। हजूर ने कहा, पिताजी आप चो बिना कोई नहीं बचा सकता। ये भी इमोशनल कर ली नहीं, सच है जे जिथे सच्चे खून का तुपका डिग्गा है ना, सिखो वेट करो, जिथे सच, हाँ लुटेरा ना होवे, ठग ना होवे, सचमुच जिथे कमाई वाले दे खून का तुपका डुलदा है, उहदा खून सदियां बाद भी रंग लैके आउंदा है। दिल्ली च किन्ने बंदे कतल करदा रोज़, चलो सवा मन जंजू की गल करते आ, इहदा मतलब हज़ारां बंदे दिल्ली च मरदे ने। जिस चांदनी चौंक च आपां मत्था टेकने आ, इसे पवित्र खून डुलिया, हज़ारां बंदियां दे खून जिथे डुले, पता ही कोई नहीं सड़कां बनिया की बनिया। जिथे रब की बंदगी करने वाले दे खून का कतरा डुला, वो चौंक भी बोलता पिया है।
सिर्फ 2 ਥਾਵਾਂ नहीं जी, एक जामा मस्जिद के सामने सरमद की कबर मैं देखन गया सी। ये ना समझो किते भी मैं कबर की पूजा करन गया, क्योंकि साडी कथा की भी कथा होंदी है ना, फिर ये सच्ची गल। मैं औरंगजेब की कबर भी देखन गया। ये अपना जी औरंगाबाद में जाना, वो नेड़े खुलदाबाद, तुहाडे च हो सकदा कियां देखी हो। औरंगजेब की कबर वो बार बार है। हैदराबाद के निज़ाम ने उहदे ते पत्थर लाया, उंज कबर के 4 चुफेरे पत्थर है, उत्ते मिट्टी पई, निक्का जिहा सुक्का जिहा रुख सी। पर गुरु तेग बहादुर साहब महाराज जी का घर तुसीं देखो, सरमद नूं भी कतल किया, ਉਹਦਾ मकबरा निक्का जिहा जामा मस्जिद के बिल्कुल सामने भी थले। गुरु तेग बहादुर महाराज उन्होंने कहा, जे तुसीं आए हो तो मैं बांह पकड़ांगा। गुरु नानक साहब का घर एक खिते का घर नहीं, गुरु नानक साहब का घर एक कम्यूनिटी का घर नहीं। सब ते वड्डा सतगुरु नानक तां है इस दुनिया में जिसकी कोई भी बांह ना पकड़े, सच है वो बांह गुरु नानक साहब का घर पकड़ता है। हजूर गुरु तेग बहादुर साहब ने फैसला किया, मैं जाऊँगा। एडी वड्डी गल कह देनी कि तुसी जाके गवर्नर इफ्तर खान नूं कह दिओ कि गुरु तेग बहादुर साडा मुर्शिद है, वो मन गया तो असीं मन जाएंगे। चेते रखियो, जदों आगू गुरु तेग बहादुर वर्गा लगे लग जाए, फिर उहदे खून के कतरियां विचों भी कौम का भविख पैदा होंदा है। ये आगू दी निशानी। तो मैं पिछले बार इत्थे जो आया सा, मैं कर्ज की सी, सियासी बंदे ते शहीद विच बड़ा फर्क है। वाहिगुरू जी मैनूं बख्श दिया जी। सियासी हमेशा कहंदा अगे वधो, शहीद हमेशा कहंदा पिछां हटो। ये प्रोफैसर पूरन सिंह की किताब है, चुप प्रीत दा शहनशाह व्यापारी। सियासी कहंदा अगे वधो, शहीद कहंदा पिछे हटो। आपां नूं लफ्ज मिलेगा भी शहीद का मतलब लोगों का दिल ढा रहा, ढिड निकल जाता। सियासी कहंदा तुसी अगे वध के सिर दिओ, शहीद कहंदा तुसी पिछे हट जाओ, छाती डा के मैं खलोना, पहला मेरे सिर नूं कोई हथ पावे। मेरी बेनती समझो, अगे तुरदा। हजूर ने कहा मेरे बारे कह दिओ। सच है वे गुरु तेग बहादुर का सुनेहा लैके गए। 9 साल की उम्र गुरु गोबिंद राय की, जिदन पिता नूं दिल्ली नूं तोरिया सी। मैं ये समाप्ति करांगा, टाइम काफ़ी हो गया कि साडे राम नारायण सिंह जी दर्दी दियां 17 ने, उन्हां दी कावक रचना है। वो कहंदे ने, कहा पातशाह बच्चियो घरी जाओ, सिर दे के 7 बचांगा मैं, हिंदू धर्म दे बुझ रहे दीवे अंदर तेल अपने लहू दा पांगा मैं। कहा पातशाह बच्चियों घरी जाओ, सिर दे के 7 बचांगा मैं, हिंदू धर्म दे बुझ रहे दीवे अंदर तेल अपने लहू दा पांगा मैं। पाया देश दियां जड़ां विच लहू अपना, भारत वर्ष दा बाग तां फल रहा है, हिंदू मंदिरां दे दीवियां विच हुण भी लहू तेग बहादुर दा बर रहा है। गुरु तेग बहादुर साहब, मैं ये रकाबगंज भी क्या सामने पार्लीमेंट, इस करके नहीं भी मैं इत्थे गल सुनावां ते संगत कहण बड़ा खाड़कू, सीधी जी गल है जी। मैं उत्थे गया कि कहंदा भाई साहब अगला प्रोग्राम दिओ। मैं कहा साडा अगला प्रोग्राम कथावाचक की लीडरां दे वक्रे गुण हुंदे आ, कई लीडरां दे अपने कोई गुण आ। उत्थे मैं एक बेनती की सी, आ रकाबगंज ना हुंदा ते हिंदुस्तान दा पार्लीमेंट नहीं सी इत्थे, भारत दा। सतगुरु गुरु तेग बहादुर तुरदे ने। मैं सिर्फ तुहानूं गुरु तेग बहादुर साहब जी दी जाना तो फिर वापस आना, वो तां कहन लगा, बहुत समा पहला इत्थे सुनाया सी, गुरु गोबिंद सिंह सच्चे पातशाह वर्गा जिगरा नहीं किसी का। इत्थे तुसीं बैठे हो जी, असल च मौत का एहसास उदन हुंदा है जदों परिवार विचों कोई जांदा। सच उदन पता लगता है मौत की है। मौत करवटा नहीं, रात करवटा नहीं, बहुत बुरी निकलती बंदे दी। मैनू तुसीं दसो, इत्थे मान लो इंडिया च कोई बजुर्ग चलाना कर जाए, 100 साल का भी तां भी कहने यार वेट कर लो, रख लो, कोई दिन असीं आए। मैनू दसो 4 साहिबजादे ते माता गुजरी का मुख गुरु गोबिंद सिंह ने देखा जो संस्कार होया? वो तो पहुंची कोई नहीं संस्कार ते।
ਤੇ ਸ਼ਹਾਦਤ ਤੋਂ ਕਿੰਨੇ ਦਿਨ ਬਾਅਦ ਸੰਸਕਾਰ ਪਿਆ ਹੁੰਦਾ ਹੈ। ਪਿਤਾ ਦਾ ਸੰਸਕਾਰ 2 ਹੋਏ ਦੁਨੀਆ 'ਚ ਕੋਈ ਮੈਨੂੰ ਦੱਸੋ ਰਾਹਬਰ ਜਿਹਦਾ ਸਰੀਰ ਇੱਕ ਹੋਵੇ ਤੇ ਸੰਸਕਾਰ ਦੋਨ ਹੋ, ਤੇ ਦੋਨਾਂ ਸੰਸਕਾਰਾਂ 'ਚ ਹਫ਼ਤੇ ਦਾ ਫਰਕ। 11 ਨਵੰਬਰ 1675 ਨੂੰ ਪਿਤਾ ਦੇ ਧੜ ਦਾ ਸੰਸਕਾਰ ਹੋਇਆ, 17 ਨਵੰਬਰ 1675 ਨੂੰ ਸੀਸ ਦਾ ਸੰਸਕਾਰ ਹੋਇਆ। ਇਹ ਮੈਂ ਪਰਸੋਂ ਤੁਹਾਨੂੰ ਅਰਜ਼ ਕਰਾਂਗਾ ਅੱਗੇ, ਫਿਰ ਵੀ ਮੈਂ ਯਤਨ ਕਰਾਂਗਾ ਗੁਰਬਾਣੀ ਦਾ ਪੱਖ ਆਪ ਨਾਲ ਲੈ ਕੇ ਤੁਰਾਂ। ਸਤਿਗੁਰੂ ਕਿਰਪਾ ਕਰੇ ਅਸੀਂ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਹਿਰਦੇ 'ਚ ਭਾਵਨਾ ਬਣਾਓ। ਮੇਰੀ ਬੇਨਤੀ ਹੈ, ਉਸ ਗੁਰੂ ਦੇ ਪ੍ਰਤੀ ਕੋਈ ਵੀ ਲਫ਼ਜ਼ ਸਾਡੇ ਲਈ ਸੁਣਨਾ ਬੜਾ ਮੁਸ਼ਕਲ ਹੈ। ਮੁਸ਼ਕਲ ਕੀ, ਮੌਤ ਹੈ। ਸਤਿਗੁਰੂ ਮੇਰਾ ਸਮਰੱਥ ਹੈ। ਮੈਂ ਤਾਂ ਹੀ ਵਡਿਆਈ ਤੋਂ ਗੱਲ ਸ਼ੁਰੂ ਕੀਤੀ ਸੀ। ਕੱਲ੍ਹ ਨੂੰ 31 ਦਸੰਬਰ ਦਾ ਦੀਵਾਨ ਹੈ, ਇਸ ਕਰਕੇ ਮੈਂ ਪਰਸੋਂ ਫਿਰ ਇਸ ਲੜੀ ਨੂੰ ਅਰਜ਼ ਕਰਾਂਗਾ। ਕੱਲ੍ਹ ਨੂੰ ਆਪਾਂ ਟਾਈਮ ਕਿੰਨੇ 31 ਦਸੰਬਰ ਹੋ ਗਏ ਲੰਘਦਿਆਂ। ਹਰ 31 ਦਸੰਬਰ ਮੌਤ ਦਾ 1 ਸਾਲ ਘਟਾ ਕੇ ਚਲਾ ਜਾਂਦਾ ਹੈ। ਉਹ ਟਾਈਮ ਕਿਵੇਂ ਸਫਲ ਕਰੀਏ, ਇਹ ਕੱਲ੍ਹ ਨੂੰ ਬੇਨਤੀ ਕਰਾਂਗਾ। ਮੇਰੇ ਤੋਂ ਕੋਈ ਲਫ਼ਜ਼ ਤੋਂ ਲਫ਼ਜ਼ ਬਾਣੀ ਦਾ ਬੋਲਦੇ ਹਾਂ, ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦੇਣਾ। ਆਓ ਜੇ 2-4 ਮਿੰਟ ਕੋਈ ਬਹਿ ਸਕਦੇ ਹੋ ਤਾਂ ਥੋੜ੍ਹਾ ਜਿਹਾ ਨਾਮ ਜਪ ਲਈਏ। ਬਾਕੀ ਜਿੰਨਾ ਜਾਣਾ ਜੀ ਸਦਕੇ ਜਾਓ, ਕੰਮਾਂ ਕਾਰਾਂ ਵਾਲੇ ਹੋ, ਕਰੋ ਕਿਰਪਾ। ਕੋਈ ਵੀ ਰਸਨਾ ਵੀਰੋ ਬੀਬੀਓ ਭੈਣੋ ਭਰਾਵੋ, ਸੱਚੇ ਜੇ ਆਖਰੀ ਗੱਲ ਨਾਮ ਹੀ ਜੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਵਾਖੇ ਗੁਰੂ, ਕਰੋ ਕਿਰਪਾ ਸਾਰੇ।
ਕਰਾਂਗਾ, ਨਾਮ ਤੋਂ ਬਿਨਾ ਕੋਈ ਸਹਾਰਾ ਨਹੀਂ ਜੇ। ਪਲੀਜ਼ ਨਹੀਂ ਸ਼ੁਰੂ ਕੀਤਾ ਇਹਨੂੰ ਸ਼ੁਰੂ ਕਰੀਏ। ਆਉਣ ਵਾਲੇ ਦਿਨਾਂ 'ਚ ਮੌਕਾ ਬਣਿਆ ਜ਼ਰੂਰ ਇਸ ਸੰਬੰਧੀ ਵੀ ਬੇਨਤੀ ਕਰਾਂਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਅੱਖਰ, ਕਹਿੰਦੇ ਹਾਂ ਅੱਖਰਾਂ 'ਚ ਬੜੀ ਵੱਡੀ ਤਾਕਤ ਹੈ। ਇੱਕ ਬੱਚੇ ਦਾ ਨਾਮ ਰੱਖੋ, ਇੱਕ ਸ਼ਬਦ ਉਹਦੇ ਨਾਮ ਨੂੰ ਰੋਜ਼ ਆਵਾਜ਼ਾਂ ਮਾਰੋ, ਉਹ ਰਿੜ ਤੋਂ ਪਹਿਲਾਂ ਮਾਂ ਦੀ ਗੋਦ ਧਿਆਨ ਦੇਣ ਲੱਗ ਪੈਂਦਾ, ਇਹ ਆਵਾਜ਼ ਮੇਰੇ ਲਈ ਹੈ। ਤੇ ਜਿਹੜਾ ਰੱਬ ਨੂੰ ਰੋਜ਼ ਆਵਾਜ਼ਾਂ ਮਾਰੇਗਾ, ਕੀ ਪਰਮਾਤਮਾ ਧਿਆਨ ਨਹੀਂ ਉਧਰ ਦੇਗਾ? ਭਰੋਸਾ ਬਣਾ ਕੇ ਤੁਰੀਏ। ਸਭ ਦਾ ਧੰਨਵਾਦ ਜੀ। ਆਪ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ